देख रहे हो जी प्राइम एशिया टीवी। मैं हाँ गुरप्रीत संधावालिया ਤੇ ਪ੍ਰੋਗਰਾਮ ਪ੍ਰਾਈਮ ਪੋਲਿਟਿਕਸ 'ਚ ਤੁਹਾਡੀ ਮੁਲਾਕਾਤ ਕਰਵਾਉਂਦਾ ਰਹਿਣਾ ਜੀ। ਮੈਂ ਰਾਜਨੀਤਿਕ ਸ਼ਖਸੀਅਤਾਂ ਦੇ ਨਾਲ ਤੇ ਅੱਜ ਕਾਫੀ ਲੰਮੇ ਚੌੜੇ ਸੰਘਰਸ਼ ਤੋਂ ਬਾਅਦ ਅਖੀਰ ਸਿਮਰਜੀਤ ਬੈਂਸ ਹੋਰੀ ਮੰਨਿਆ ਸਾਡੇ ਕੋਲ ਆਉਣ ਲਈ। ਚਲੋ ਅੱਜ ਪੁੱਛਾਂਗੇ ਉਹਨਾਂ ਦੇ ਦਿਲ ਦੀਆਂ ਗੱਲਾਂ ਬਾਤਾਂ। ਸਭ ਤੋਂ ਪਹਿਲਾਂ ਸਵਾਗਤ ਕਰਦੇ ਬੈਂਸ ਸਾਹਿਬ, ਬਹੁਤ ਬਹੁਤ ਸਵਾਗਤ। ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਬੈਂਸ ਸਾਹਿਬ ਪਹਿਲਾਂ ਤਾਂ ਧੰਨਵਾਦ ਤੁਹਾਡਾ ਵੀ ਤੁਸੀਂ ਆਪਣੇ ਇੰਨੇ ਬਿਜ਼ੀ ਸ਼ਡਿਊਲ 'ਚੋਂ ਸਮਾਂ ਕੱਢ ਕੇ ਸਾਡੇ ਲਈ ਇੱਥੇ ਆਏ ਹੋ, ਕਿਉਂਕਿ ਹੁਣ ਜਿਹੜਾ ਅਗਾਂਹ ਅਗਲੀ ਲੜਾਈ ਆ ਨਵੰਬਰ ਮਹੀਨੇ 'ਚ ਤੁਸੀਂ ਛੋਹਣੀ ਆ, ਆਪਾਂ ਉਹਦੀਆਂ ਗੱਲਾਂ ਵੀ ਕਰਨੀਆਂ। ਪਰ ਮੈਂ ਚਾਹੁੰਦਾ ਇਸ ਵਕਤ ਜਿਹੜਾ ਕਰੰਟ ਮੁੱਦਾ ਹੈ ਕਿ ਵੀ ਪੰਜਾਬ ਦੀ ਕਿਸਾਨੀ, ਬੱਚੇ, ਬੀਬੀਆਂ, ਬਜ਼ੁਰਗ, ਹਰ ਬਸ਼ਰ ਜਿਹੜਾ ਉਹ ਇਸ ਵਕਤ ਸੜਕਾਂ 'ਤੇ ਹੈ। ਅਤੇ ਜੋ ਕੁਛ ਪਿਛਲੇ ਸਮੇਂ 'ਚ ਕੇਂਦਰ ਸਰਕਾਰ ਨੇ ਪੰਜਾਬ ਨਾਲ ਕੀਤਾ, ਪਹਿਲਾਂ ਤਾਂ ਆਪਾਂ ਇਹਦੀ ਗੱਲ ਕਰ ਲਈ ਵੀ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ, ਫਿਰ ਆਪਾਂ ਵਿਧਾਨ ਸਭਾ ਜੋ ਤੁਸੀਂ ਕੀਤਾ ਆਪਾਂ ਉੱਤੇ ਆਵਾਂਗੇ। ਸੋ ਗੁਰਪ੍ਰੀਤ ਜੀ, ਸਾਡਾ ਦੇਸ਼ ਸੰਘੀ ਢਾਂਚਾ ਮੁਲਕ ਹੈਗਾ ਜੀ। ਮੈਨੂੰ ਬਹੁਤ ਸਾਰੇ ਪੱਤਰਕਾਰ ਦੋਸਤ ਕਈ ਵਾਰੀ ਖਾਲਿਸਤਾਨ ਦੇ ਮੁੱਦੇ 'ਤੇ ਸਵਾਲ ਕਰ ਲੈਂਦੇ ਆ। ਮੈਂ ਬੜਾ ਸਪਸ਼ਟਵਾਦੀ ਹਾਂ, ਮੈਂ ਕਹਿ ਦਿੰਦਾ ਵੀ ਨੋ, ਮੈਂ ਮਜ਼ਬੂਤ ਸੰਘੀ ਢਾਂਚੇ ਦਾ ਮੁੱਦਾ ਹੀ ਹਾਂ। ਸਾਡੀ ਪਾਰਟੀ ਜਿਹੜੀ ਹੈ ਫੈਡਰਲਿਜ਼ਮ ਮਜ਼ਬੂਤ ਹੋਵੇ। ਐਂਡ ਅਨਫੋਰਚੂਨੇਟਲੀ ਦੋ ਕੁਹਾੜੇ ਸਾਡੇ ਜਿਹੜੇ ਸੰਵਿਧਾਨਕ ਅਧਿਕਾਰਾਂ ਦੇ ਉੱਤੇ ਵੱਜੇ ਜੀ। ਪਹਿਲਾ ਵੱਜਿਆ ਸਾਡਾ ਪਾਣੀ ਲੁੱਟਿਆ ਗਿਆ। ਸਟੇਟ ਰਾਈਟ, ਰਿਪੇਰੀਅਨ ਪੂਰੀ ਦੁਨੀਆ ਦਾ ਸਿਧਾਂਤ ਹੈਗਾ। ਕੁਦਰਤੀ ਵਗਦਾ ਪਾਣੀ ਜਿਹੜੀ ਸਟੇਟ ਦਾ ਲੋਸ ਕਰੂਗਾ, ਫਾਇਦਾ ਉਸ ਪਾਣੀ ਤੋਂ ਉਹੀ ਸਟੇਟ ਲੈਣ ਦਾ ਅਧਿਕਾਰ ਰੱਖਦੀ ਹੈ। ਬਿਲਕੁਲ ਸਹੀ। ਉਹ ਡਾਕਾ ਵੱਜਿਆ ਜੇ ਕਿਤੇ ਸਾਡੀ ਉਸ ਵੇਲੇ ਦੀ ਲੀਡਰਸ਼ਿਪ ਪੰਜਾਬ ਦੀ ਤਕੜਿਆਂ ਹੋ ਕੇ ਕੇਂਦਰ ਨੂੰ ਪੈਂਦੀ ਅਤੇ ਮੋਦੀ ਗਵਰਨਮੈਂਟ ਦਾ ਦੂਸਰਾ ਕੁਹਾੜਾ ਖੇਤੀ ਸੁਧਾਰ ਕਾਨੂੰਨ ਹੋ ਸਕਦਾ ਸੀ, ਜੁਰਤ ਨਾ ਕਰਦੀ ਮੋਦੀ ਗਵਰਨਮੈਂਟ ਜੀ। ਹੁਣ ਫੈਡਰਲਿਜ਼ਮ ਨੂੰ ਚੈਲੰਜ ਕੀਤਾ ਮੋਦੀ ਸਾਹਿਬ ਨੇ। ਪਹਿਲਾਂ ਬੀਬੀ ਇੰਦਰਾ ਬੜੇ ਐਕਸਪੈਰੀਮੈਂਟ ਕਰਦੀ ਰਹੀ ਪੰਜਾਬ ਦੇ ਨਾਲ। ਅੱਜ ਸੇਮ ਕਹਾਣੀ ਮੋਦੀ ਸਾਹਿਬ ਬੀਬੀ ਇੰਦਰਾ ਵਾਲੀ ਦੁਹਰਾ ਰਹੇ। ਮੇਰਾ ਖਿਆਲ ਹੈ, ਜਿੱਥੋਂ ਤੱਕ ਮੇਰੀ ਸੋਚ ਹੈ ਨਾ, ਇਹ ਲੋਕ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਨੂੰ ਮੱਦੇ ਨਜ਼ਰ ਰੱਖਦੇ ਆ ਜੀ। ਇਹ ਨਹੀਂ ਦੇਖਦੇ ਕਿ ਪੰਜਾਬੀ ਜਿਹੜੇ ਬੜੇ ਯੋਧੇ ਆ, ਦੇਸ਼ ਦੇ ਰਖਵਾਲੇ ਆ, ਇਕੱਲੇ ਸਿੱਖ ਨਹੀਂ ਪੰਜਾਬੀ, ਉਹ ਹਿੰਦੂ ਵੀ ਆ, ਮੁਸਲਿਮ ਵੀ ਆ, ਈਸਾਈ ਵੀ ਆ। ਇਹ ਅਸੀਂ ਉਹ ਲੋਕ ਹਾਂ ਜਿਹੜੇ ਸੁਨਹਿਰੇ ਇਤਿਹਾਸ ਦੇ ਵਾਰਿਸ ਹਾਂ। ਅਸੀਂ ਚਾਹੇ ਦੇਸ਼ ਦੀ ਆਜ਼ਾਦੀ ਹੈ, ਚਾਹੇ ਹੁਣ ਸਰਹੱਦਾਂ ਦੀ ਰਾਖੀ ਹੈ। ਦੁੱਖ ਤੇ ਅਫਸੋਸ ਹੋ ਗਿਆ ਕਿ ਜਦੋਂ ਇਹ ਕੁਹਾੜਾ ਵੱਜਦਾ ਦੂਸਰਾ, ਅਸੀਂ ਬਹੁ ਗਿਣਤੀ ਪੰਜਾਬ ਦੇ ਲੋਕਾਂ ਨੂੰ ਪਤਾ ਨਹੀਂ ਸੀ ਆਰਡੀਨੈਂਸ ਆਉਂਦੇ ਆ ਕਰੋਨਾ ਕਾਲ ਦੇ ਵਿੱਚ। ਹਾਂਜੀ। ਲਾਕਡਾਊਨ ਦੇ ਵਿੱਚ ਅਸੀਂ ਇੱਕ ਯਾਤਰਾ ਦੀ ਸ਼ੁਰੂਆਤ ਕੀਤੀ। ਮੈਨੂੰ ਬਹੁਤ ਸਾਰੇ ਸੀਨੀਅਰ ਪੱਤਰਕਾਰਾਂ ਨੇ ਵੀ ਸਵਾਲ ਕੀਤੇ ਵੀ ਇਹ ਆਰਡੀਨੈਂਸ ਖੇਤੀ ਸੁਧਾਰਾਂ ਦੇ ਹੈ ਕੀ ਆ, ਕਾਹਦੇ ਲਈ ਤੁਸੀਂ 300 ਕਿਲੋਮੀਟਰ ਕਾਠੀਆਂ 'ਤੇ ਚੜ੍ਹਨ ਲੱਗੇ ਹੋ ਸਾਈਕਲ ਦੀਆਂ 'ਤੇ ਜੀ। ਅਸੀਂ ਜਲਿਆਂਵਾਲਾ ਬਾਗ ਤੋਂ ਮੁੱਖ ਮੰਤਰੀ ਦੇ ਘਰ ਤੱਕ 5 ਰਾਤਾਂ ਔਰ 4 ਦਿਨ 10 ਲੱਖ ਅਸੀਂ ਪੈਂਫਲੇਟ ਲਿਟਰੇਚਰ ਪ੍ਰਿੰਟ ਕਰਾ ਕੇ ਲੋਕਾਂ ਨੂੰ ਵੰਡਿਆ ਵੀ ਭਾਈ ਖੜੇ ਹੋ ਜਾਓ ਜੀ। ਇਹ ਤੂਤਾਂ ਵਾਲਾ ਖੂਹ ਨਾਵਲ ਸੀਗਾ, ਜਿਹੜੇ ਮੇਰੇ ਹਮ ਉਮਰ ਆ ਉਹਨਾਂ ਨੇ ਆਪਣੇ ਸਕੂਲ ਟਾਈਮ ਪੜ੍ਹਿਆ ਹੋਊਗਾ ਜੀ ਜੀ। ਇਹ ਇਕੱਲਾ ਕਿਸਾਨ ਜਾਂ ਮਜ਼ਦੂਰ, ਆੜਤੀਆ, ਮੰਡੀ ਮਜ਼ਦੂਰ, ਟਰਾਂਸਪੋਰਟਰ ਜਾਂ ਸਾਡਾ RDF 5000 ਕਰੋੜ ਉੱਥੇ ਤੱਕ ਸੀਮਤ ਨਹੀਂ ਹੈਗਾ। ਅਸਲ ਕਹਾਣੀ ਆ ਕਿ ਪੰਜਾਬ ਦੀ ਉਪਜਾਊ ਜਰਖੇਜ਼ ਵਾਤਾਵਰਨ ਜੀ, ਜਿਹੜਾ ਪੂਰੀ ਦੁਨੀਆ ਦੇ ਵਿੱਚੋਂ ਨੰਬਰ 1 ਬਾਸਮਤੀ ਪੈਦਾ ਕਰਨ ਵਾਸਤੇ 1 ਨੰਬਰ ਦੇ ਉੱਤੇ ਆ। ਅੱਜ ਨਜ਼ਰ ਪੰਜਾਬ ਦੀ ਜ਼ਮੀਨ ਦੇ ਉੱਤੇ ਆ। ਇਹ ਖੁਫੀਆ ਰੂਟ ਹੈਗਾ। ਇਹ ਖੇਤੀ ਸੁਧਾਰ ਕਾਨੂੰਨ ਦਾ ਕੁਹਾੜਾ ਜਿਹੜਾ ਖੁਫੀਆ ਰੂਟ ਆ ਕਿ ਪੰਜਾਬ ਦਾ ਕਿਸਾਨ ਬੇਜ਼ਮੀਨਾ ਕਿੱਦਾਂ ਕਰਨਾ, ਕੌਡੀਆਂ ਦੇ ਭਾਅ ਦੀ ਜ਼ਮੀਨ ਕਿੱਦਾਂ ਖਰੀਦਣੀ। ਹੁਣ ਸਰਕਾਰੀ ਅੰਕੜਾ ਗੁਰਪ੍ਰੀਤ, ਮੈਂ ਨਹੀਂ ਕਹਿ ਰਿਹਾ, 77% ਪੰਜਾਬ ਦਾ ਕਿਸਾਨ ਆਪਣੀ ਜ਼ਮੀਨ ਬੈਂਕਾਂ ਦੇ ਕੋਲੇ ਰੱਖੀ ਬੈਠਾ। ਬਿਲਕੁਲ ਸਹੀ। ਮੂਲ ਫਸਲ ਕੀ ਆ ਪੰਜਾਬ ਦੀ? ਚਾਵਲ ਤੇ ਕਣਕ ਜੀ। ਗੰਨਾ ਉਤਪਾਦਕ ਕਿਸਾਨਾਂ ਦੀ ਤਸਵੀਰ ਸਾਡੇ ਸਾਹਮਣੇ ਆ ਜੀ। ਪ੍ਰਾਈਵੇਟ ਗੰਨਾ ਮਿਲ ਮਾਲਕ ਗੰਨਾ ਉਤਪਾਦਕ ਕਿਸਾਨਾਂ ਨੂੰ 3-3 4-4 ਸਾਲ ਪੇਮੈਂਟ ਨਹੀਂ ਕਰਦੇ। ਉਹ ਸੜਕਾਂ 'ਤੇ ਬੈਠਦੇ ਆ ਪੇਮੈਂਟ ਲੈਣ ਵਾਸਤੇ। ਉੱਥੇ ਗੱਡੀ ਤਾਂ ਚੱਲ ਜਾਂਦੀ ਹੈ ਕਿਉਂਕਿ ਉਹ ਮੂਲ ਫਸਲ ਨਹੀਂ ਗੰਨਾ ਜੀ। ਇੱਕ ਕਿਸਾਨ ਕੋਲੇ 20 ਏਕੜ ਆ, ਉਹਨੇ 7 ਏਕੜਾਂ ਦੇ ਵਿੱਚ ਗੰਨਾ ਲਾ ਲਿਆ, 13 ਏਕੜਾਂ ਦੇ ਵਿੱਚ ਕਣਕ ਤੇ ਚਾਵਲ, ਉਹ ਨਗਦੀ ਵਾਲਾ ਕੰਮ ਹੋ ਗਿਆ ਜੀ। ਉੱਥੇ ਗੱਡੀ ਤਾਂ ਚੱਲਦੀ ਹੈ। ਉੱਥੇ 5-4 ਸਾਲ 2 ਸਾਲ ਪੇਮੈਂਟ ਲੇਟ ਚੱਲ ਗਈ। ਹੁਣ ਇੱਥੇ ਕੀ ਆ, ਇੱਥੇ ਮੋਦੀ ਕੰਪਨੀ BJP ਵਾਲੇ ਰੌਲਾ ਪਾਉਂਦੇ MSP ਨਹੀਂ ਟੁੱਟਣੀ। ਅਸੀਂ ਵੀ ਸਹਿਮਤ ਹਾਂ ਭਾਈ ਨਹੀਂ ਟੁੱਟਣੀ, ਪਰ ਉਹ ਸਰਕਾਰੀ ਫਾਈਲਾਂ ਦਾ ਸ਼ਿੰਗਾਰ ਬਣ ਕੇ ਰਹਿਣੀ ਆ। ਮੱਕੀ ਦੀ ਹਾਲਾਤ
650 ਰੁਪਏ ਕੁਇੰਟਲ ਅਸੀਂ ਸਾਈਕਲ ਯਾਤਰਾ ਦੌਰਾਨ ਬੰਗਾ ਤੇ ਨਵਾਂ ਸ਼ਹਿਰ ਜੀ ਪੱਤਰਕਾਰ ਦੋਸਤ ਨਾਲ ਲੈ ਗਏ ਵੀ ਯਾਰ ਪੁੱਛੋ ਕਿਸਾਨ ਨੂੰ ਕੀ ਭਾਅ ਮੱਕੀ ਵੇਚੀ ਹੈ। ਮੋਤੀਆਂ ਵਰਗੀ ਮੱਕੀ 650 ਰੁਪਏ ਕੁਇੰਟਲ, MSP 1850 ਰੁਪਏ ਜੀ। ਇਦਾਂ ਹੁਣ 1200 ਦੀ ਚੱਪਤ ਲੱਗ ਗਈ। ਇੱਥੇ ਕੀ ਹੋਣਾ? ਇਹ ਜਿਹੜੀ ਮੈਂ ਗੱਲ ਕਹੀ ਆ ਵੀ ਇਹ ਇਕੱਲਾ ਕਿਸਾਨ, RDF, ਆੜਤੀਆ, ਮਜ਼ਦੂਰ, ਟਰਾਂਸਪੋਰਟਰ ਉਹ ਤੱਕ ਸੀਮਤ ਨਹੀਂ ਹੈਗਾ। ਇੱਥੇ ਹੋਣਾ ਇੱਕ ਹੈਗਾ ਪ੍ਰਾਈਵੇਟ ਗੰਨਾ ਮਿਲ ਦਾ ਮਾਲਕ, ਇੱਕ ਪਾਸੇ ਹੈਗਾ ਅਡਾਨੀ ਜੀ। ਜ਼ਮੀਨ ਆਸਮਾਨ ਦਾ ਫਰਕ ਹੈ। ਅਡਾਨੀ ਦੀ ਪਰਛਾਵੇਂ ਵੱਲ ਵੀ ਸਟੇਟ ਗਵਰਨਮੈਂਟ ਨਹੀਂ ਦੇਖ ਸਕਦੀ। ਗੰਨਾ ਮਿਲ ਮਾਲਕਾਂ ਦਾ ਕੀ ਵਿਗਾੜ ਲੈਂਦੇ ਆ? ਉਹ ਅਡਾਨੀ ਵਰਗੇ ਜਿਹੜੇ ਡਗਰੂ ਦੇ ਵਿੱਚ ਸੈਂਕੜੇ ਏਕੜ ਦੇ ਵਿੱਚ ਮਕੈਨੀਕਲ ਖਰੀਦ ਕੇਂਦਰ ਸਥਾਪਿਤ ਕਰ ਗਏ, ਜਿੱਥੇ ਰੇਲਵੇ ਲਾਈਨ ਅੰਦਰ ਜਾਂਦੀ ਹੈ। ਉਹਨਾਂ ਨੇ ਹੋ ਸਕਦਾ ਕਿ ਸਾਲ 2 ਸਾਲ MSP ਤੋਂ ਵੀ ਜ਼ਿਆਦਾ ਕਣਕ ਤੇ ਚਾਵਲ ਦਾ ਰੇਟ ਦੇ ਦੇਣ। ਜੀ ਜੀ। ਛੋਟਾ ਵਪਾਰੀ ਪਰਚੇਜ਼ ਦੇ ਵਿੱਚੋਂ ਆਊਟ ਕਰਨ ਲਈ, ਮੋਨੋਪੋਲੀ ਆਪਣੇ ਹੱਥ 'ਚ ਲੈਣ ਵਾਸਤੇ। ਜਦੋਂ ਸਾਰਾ ਪਰਚੇਜ਼ ਸੈਕਟਰ ਉਹਨਾਂ ਦੇ ਹੱਥ 'ਚ ਆ ਗਿਆ ਨਾ, ਫਿਰ ਉਹ ਆਪਣੀ ਅਸਲ ਕਰਤੂਤ ਦੇ ਉੱਤੇ ਆਉਣਗੇ ਜੀ। ਫਿਰ ਉਹ ਕਿਸਾਨ ਦੀ ਜਿਹੜੀ ਇਹ ਮੂਲ ਸਾਡੀ ਫਸਲ ਆ ਕਣਕ ਤੇ ਚਾਵਲ, ਉਹ ਅੱਧੇ ਪੌਣੇ ਭਾਅ MSP ਤੋਂ ਚੱਕਣਗੇ। ਕਿਸਾਨ ਮਜਬੂਰ ਹੋਊਗਾ ਕਿਉਂਕਿ ਹੋਰ ਕੋਈ ਖਰੀਦਦਾਰ ਨਹੀਂ ਹੈਗਾ। ਖਰੀਦਦਾਰ ਨਹੀਂ ਹੁਣ। ਉਹ 2-2, 3-3 ਸਾਲ ਨਹੀਂ ਦੇਣਗੇ ਪੇਮੈਂਟ ਕਿਸਾਨ ਨੂੰ ਜੀ। ਉਧਰੋਂ ਆਊਗੀ 77% ਕਿਸਾਨ ਜਿਹੜਾ ਆਪਣੀ ਜ਼ਮੀਨ ਬੈਂਕ 'ਚ ਰੱਖੀ ਬੈਠਾ, ਉਧਰੋਂ ਆਊਗੀ ਦੋਸਤ ਨਿਲਾਮੀ। ਫਿਰ ਕੁਰਕੀ ਦੇ ਜਰੀਏ ਨਾ, ਨਿਲਾਮੀ ਦੇ ਜਰੀਏ ਕਾਰਪੋਰੇਟ ਅਡਾਨੀ ਅੰਬਾਨੀ ਬੈਂਕਾਂ ਦੇ ਨਾਲ ਸੰਗਠਨ ਸਾਂਠ-ਕਾਂਠ, ਫਿਰ ਇਹ ਜ਼ਮੀਨ ਕੌਡੀਆਂ ਦੇ ਭਾਅ ਤੇ ਜੀ ਇਹ ਕਾਰਪੋਰੇਟ ਨੇ ਖਰੀਦਣੀ ਆ ਤੇ ਫਿਰ ਕਿਸਾਨ ਨੂੰ ਜ਼ਮੀਨ ਪਟਵਾਰਖਾਨੇ ਚੜ੍ਹ ਜਾਣੀਆਂ, ਮਾਲਕੀਆਂ ਤਬਦੀਲ ਹੋ ਜਾਣੀਆਂ ਤੇ ਕਿਸਾਨ ਇਹਨਾਂ ਕਾਰਪੋਰੇਟ ਦਾ ਖੇਤੀ ਮਜ਼ਦੂਰ, ਖੇਤ ਮਜ਼ਦੂਰ ਬਣਾਉਣ ਦਾ ਸਾਰਾ ਗਿਆ ਸਾਡੀ ਦੋਸਤ ਹੈ। ਜੀ ਜੀ। ਅਸੀਂ ਐਗਰੀਕਲਚਰ ਸੂਬੇ ਦੇ ਵਾਰਸ ਹਾਂ। ਸਾਡੀ ਇਕੋਨਮੀ ਬੇਸਡ ਔਨ ਐਗਰੀਕਲਚਰ ਹੈ। ਮੈਂ ਖੁਦ ਇੰਡਸਟਰੀਅਲਿਸਟ ਹਾਂ, ਚਾਹੇ ਮੈਂ ਜ਼ਿਮੀਂਦਾਰ ਪਰਿਵਾਰ 'ਚੋਂ, ਪਰ ਮੈਂ ਫੈਕਟਰੀ ਚਲਾਉਣ ਵਾਲੇ ਟੱਬਰ ਦੇ ਵਿੱਚੋਂ। ਚੰਗਾ ਗੁਰੂ ਦੀ ਕਿਰਪਾ ਘਰੋਂ ਬਾਹਰ ਆ। ਮੈਨੂੰ ਮੇਰੇ ਦੋਸਤ ਕਹਿ ਦਿੰਦੇ ਯਾਰ ਤੁਸੀਂ ਕਿਸਾਨਾਂ ਦੀ ਗੱਲ ਕਰਦੇ ਹੋ, ਖੇਤੀ ਦੀ ਗੱਲ ਕਰਦੇ। ਮੈਂ ਉਹਨਾਂ ਨੂੰ ਜਵਾਬ ਦਿੰਦਾ ਵੀ ਦੋਸਤ, ਜੇ ਕਿਸਾਨ ਦੀ ਜੇਬ 'ਚ ਪੈਸੇ ਆ ਨਾ, ਖੇਤ ਮਜ਼ਦੂਰ ਕੋਲੇ 4 ਛਿੱਲੜ ਹੈਗੇ ਆ। ਇਹ ਸਾਈਕਲ, ਸਕੂਟਰ, ਮੋਟਰਸਾਈਕਲ, ਸੋਨਾ, ਕੱਪੜੇ ਦਾ ਲੀੜਾ, ਸੋਨਾ ਚਾਂਦੀ, ਇਹ ਤਾਂ ਹੀ ਵਿਕਣਾ। ਦੁਕਾਨਦਾਰੀ। ਜੇ ਕਿਸਾਨ ਹੈ ਨਹੀਂ ਕੁਛ ਉਹਦੇ ਕੋਲੇ, ਤੇ ਮਤ ਸੋਚੋ ਵੀ ਤੁਸੀਂ ਆਪਣੀ ਇੰਡਸਟਰੀ ਤੇ ਦੁਕਾਨ ਚਲਾ ਜਾਓਗੇ। ਸਾਡਾ ਧੁਰਾ ਕੀ ਆ? ਖੇਤੀ ਆ। ਹੁਣ ਗੱਡੀ ਦਾ ਧੁਰਾ ਟੁੱਟ ਜਾਵੇ ਤਾਂ ਗੱਡੀ ਚੱਲ ਸਕੂਗੀ? ਦੁਖਾਂਤ ਇਸ ਗੱਲ ਦਾ ਕਿ ਸਾਡੀ ਸਰਕਾਰ ਨੇ ਵੱਡੇ ਕਾਰਪੋਰੇਟ ਨਾਲ ਜੀ ਪੰਜਾਬ ਦੇ ਵਿੱਚ 113 ਇੰਡਸਟਰੀਆਂ ਦੀ ਮੇਰੇ ਕੋਲੇ ਲਿਸਟ ਆ, ਜਿੱਥੇ ਕੌਡੀਆਂ ਦੇ ਭਾਅ ਤੇ ਜ਼ਮੀਨ ਦਿੱਤੀ ਉਹਨਾਂ ਨੂੰ। ਕਿਸੇ ਨੂੰ 200 ਏਕੜ, ਕਿਸੇ ਨੂੰ 500 ਏਕੜ, ਕਿਸੇ ਨੂੰ 1000 ਏਕੜ। ਉਹਨਾਂ ਨੇ ਸਬਸਿਡੀ ਛਕੀ, ਬੈਂਕਾਂ ਨੂੰ ਲਾਇਆ ਟੀਕਾ, ਚਲੇ ਗਏ। ਉੱਥੇ ਉੱਲੂ ਬੋਲਦੇ ਆ ਜੀ। 113 ਇੰਡਸਟਰੀਆਂ ਦੀ ਲਿਸਟ ਮੇਰੇ ਕੋਲੇ ਆ। ਮਤਲਬ ਕਿ ਅਸੀਂ ਆਪਣਾ ਧੁਰਾ ਤੋੜ ਲਿਆ, ਖੇਤੀਬਾੜੀ ਵਾਲੇ ਪਾਸੇ ਨਹੀਂ ਦਿੱਤਾ ਧਿਆਨ, ਅਸੀਂ ਹੋ ਗਏ ਇੰਡਸਟਰੀ ਵਾਲੇ ਪਾਸੇ। ਜੀ। ਧੋਬੀ ਦਾ ਕੁੱਤਾ, ਨਾ ਘਰ ਦਾ ਨਾ ਘਾਟ ਦਾ। ਨਾ ਤਾਂ ਅਸੀਂ ਇੰਡਸਟਰੀ ਚੱਜ ਦੀ ਲਿਆ ਸਕੇ, ਜੀ ਨਾ ਇੰਡਸਟਰੀ ਐਸਟੈਬਲਿਸ਼ ਚੰਗੀ ਕਰ ਸਕੇ, ਤੇ ਨਾ ਅਸੀਂ ਖੇਤੀਬਾੜੀ ਬਚਾ ਸਕੇ। ਹੁਣ ਕਿਸਾਨ ਨਫ਼ਰਤ ਕਰਦਾ ਰਾਜਨੀਤਿਕ ਲੀਡਰਾਂ ਨੂੰ, ਪਾਰਟੀਆਂ ਨੂੰ। ਦੁੱਧ ਦਾ ਸੜਿਆ ਲੱਸੀ ਨੂੰ ਫੂਕਾ ਮਾਰਦਾ। ਵਾਜਬ ਆ। ਬਿਲਕੁਲ ਸਹੀ। 74 ਸਾਲਾਂ ਤੋਂ ਵੋਟ ਬੈਂਕ ਟੂਲ ਬਣ ਗਏ ਕਿਸਾਨ। ਅੱਜ ਕਿਸਾਨ ਦਾ ਵਿਸ਼ਵਾਸ ਉੱਠਿਆ ਹੋਇਆ, ਸੁਭਾਵਿਕ ਹੈ। ਮੈਂ ਬਹੁਤ ਸਾਰੇ ਕਿਸਾਨ ਧਰਨਿਆਂ ਜਿਹਨਾਂ ਮੈਂ ਕਹਿ ਕੇ ਉਹਨਾਂ ਵੀ ਦੋਸਤੋ ਸਾਡੇ ਤੇ ਵਿਸ਼ਵਾਸ ਨਾ ਕਰਿਓ, ਮੈਂ ਵੀ ਉਸੇ ਜਮਾਤ ਚੋਂ ਹੀ ਹਾਂ। ਠੀਕ ਹੈ, ਮੇਰੀ ਰਾਜਨੀਤੀ ਵੱਖਰੀ ਤਰ੍ਹਾਂ ਦੀ ਆ। ਵਿਸ਼ਵਾਸ ਨਾ ਕਰਿਓ, ਵਿਸ਼ਵਾਸ ਕਰਿਓ ਜਿਹੜੀ ਤੁਹਾਡੀ ਐਕਸ਼ਨ ਕਮੇਟੀ ਆ, ਜਿਸ 'ਚ 31 ਜਥੇਬੰਦੀਆਂ ਤੁਸੀਂ ਇਕੱਠੀਆਂ ਹੋਈਆਂ। ਜੇ ਕਾਮਰੇਡ ਬਲਵਿੰਦਰ ਦਾ ਮਰਡਰ ਹੋਇਆ ਨਾ ਜੀ, ਉਹ ਵੀ ਸਾਜ਼ਿਸ਼ ਆ। ਉਹ ਸਾਜ਼ਿਸ਼ ਆ ਕਿਉਂਕਿ ਮੇਰਾ ਖਿਆਲ 13-14 ਜਥੇਬੰਦੀਆਂ ਕਾਮਰੇਡ ਸਾਥੀਆਂ ਦੀਆਂ ਨੇ ਜੀ। ਡਿਵਾਈਡ ਐਂਡ ਰੂਲ, ਇਹਨਾਂ ਨੂੰ ਪਾੜਨਾ ਕਿੱਦਾਂ, ਇਹਨਾਂ ਨੂੰ ਪਾੜੋ, ਕਿਸਾਨ ਅੰਦੋਲਨ ਕਮਜ਼ੋਰ ਕਰੋ। ਦੁਖਾਂਤ ਆ ਕਿ ਇਹ ਲੋਕ ਜਿਹੜੇ ਰਾਜਨੀਤੀ ਕਰਨ ਵਾਲੇ ਆ, ਇਹਨਾਂ ਨੇ ਦੱਬ ਕੇ 74 ਸਾਲ ਕਿਸਾਨ ਵੋਟ ਬੈਂਕ ਯੂਜ਼ ਕੀਤਾ। ਮੈਂ ਕਿਸਾਨਾਂ ਨੂੰ ਇੱਕ ਅਪੀਲ ਕਰ ਦਿੰਦਾ, ਮੈਂ ਯਾਰ ਤੁਸੀਂ ਵੀ ਰਾਜਨੀਤੀ ਕਰੋ। ਜੇ 74 ਸਾਲ ਤੁਹਾਡੇ ਨਾਲ ਰਾਜਨੀਤੀ ਹੋਈ ਤਾਂ ਇੱਕ ਵਾਰੀ ਤੁਸੀਂ ਵੀ ਰਾਜਨੀਤੀ ਕਰੋ ਇਹਨਾਂ ਦੇ ਨਾਲ। ਜਿੰਨੇ ਤੁਸੀਂ MP, MLA, ਮੰਤਰੀ ਦੇ ਮੁੱਖ ਮੰਤਰੀ ਤੇ ਪੰਜਾਬ ਤੋਂ ਰਾਜ ਸਭਾ, ਜੀ,
ਇਹਨਾਂ ਸਾਰਿਆਂ ਨੂੰ ਇਕੱਠੇ ਕਰੋ, ਮੋਹਰੇ ਲੱਗੋ ਸਾਰੇ ਜਾਣੇ। ਦਿੱਲੀ ਜਾਣਾ ਨਾ, ਇਹਨਾਂ ਨੂੰ ਮੋਹਰੇ ਲਾਓ ਤਾਂ ਕਿ ਪਹਿਲੀਆਂ ਡਾਂਗਾਂ ਇਹਨਾਂ ਦੇ ਪੈਣ। ਜਿਹੜੇ ਜ਼ਿਆਦਾ ਕਿਸਾਨ ਹਤੈਸ਼ੀ ਬਣਦੇ ਨੇ ਉਹਨਾਂ ਦਾ ਪਤਾ ਲੱਗ ਜਾਣਾ ਜਦ ਹੀ ਵੀ ਕਿਸਾਨ ਹਤੈਸ਼ੀ ਹੈ ਕਿਹੜਾ। ਹੁਣ ਵੈਸਾ ਇਹ ਚਲੋ ਗੱਲਾਂ ਹੋ ਗਿਆ। ਅੱਛਾ ਮੇਰੀ ਗੱਲ ਸੁਣੋ, ਹੁਣ ਇਹ ਤੁਸੀਂ ਜਿੱਦਾਂ ਬਰੀਕੀ ਨਾਲ ਗੱਲ ਸਮਝਾਤੀ ਵੀ ਅਸਲ 'ਚ ਹੋਣਾ ਕੀ ਆ, ਉਹ ਤਾਂ ਸਮਝ ਲੱਗ ਗਈ। ਇਸੇ ਕਰਕੇ ਆਪਾਂ ਸੜਕਾਂ ਤੇ ਬੈਠੇ ਆ। ਹੁਣ ਜਿਹੜਾ ਪੰਜਾਬ ਵਿਧਾਨ ਸਭਾ ਦੇ ਵਿੱਚ ਪੰਜਾਬ ਕਾਂਗਰਸ ਨੇ ਜੋ ਆਪਣੇ ਵੱਲੋਂ ਬਿੱਲ ਲਿਆਂਦਾ, ਹਾਂਜੀ, ਉਹਦੇ ਤੇ ਸ਼੍ਰੋਮਣੀ ਅਕਾਲੀ ਦਲ ਵੀ ਕਹਿੰਦਾ ਵੀ ਇਹਦੇ ਨਾਲ ਕੁਝ ਨਹੀਂ ਬਣਨਾ। ਆਮ ਆਦਮੀ ਪਾਰਟੀ ਨੇ ਵੀ ਕਹਿਤਾ, ਤੁਸੀਂ ਵੀ ਨਾਲ ਤਾਂ ਗਏ ਸੀ। ਇੱਕ ਤਾਂ ਉਸ ਦਿਨ ਰਾਜਪਾਲ ਸਾਹਿਬ ਦਾ ਕਿਵੇਂ ਦਾ ਬਿਹੇਵ ਸੀ ਉਹ ਦੱਸਿਓ। ਲਾਈਵ ਦਿਖਾਉਣਾ ਤੁਹਾਨੂੰ, ਲਾਈਵ ਸੁਣਾ ਦਿੰਦਾ ਸਾਰਾ। ਅੱਛਾ ਹੋਇਆ ਕੀ? ਚਲੋ ਅੰਦਰ ਤੁਸੀਂ ਤਾਂ ਬਾਹਰ ਵਿਕਟਰੀ ਸਾਈਨ ਦੇਖੇ, ਪ੍ਰੈਸ ਨੇ, ਝਾੜੂ ਵਾਲੇ ਵੀ ਵਿਕਟਰੀ ਸਾਈਨ ਕਰਦੇ ਸੀਗੇ, ਬਾਦਲ ਦਲੀਏ ਵੀ ਕਰਦੇ ਸੀ। ਅੰਦਰ ਇਹਨਾਂ ਨੇ ਗੁਰਪ੍ਰੀਤ ਕੈਪਟਨ ਅਮਰਿੰਦਰ ਸਿੰਘ ਦੇ ਸੋਲੇ ਪੜੇ। ਅੱਛਾ ਜੀ। ਮੈਂ ਸਪੀਕਰ ਸਾਹਿਬ ਨੂੰ ਕਿਹਾ ਵੀ ਜਿਹੜਾ ਅੰਦਰ ਵੀਡੀਓ ਲਿੰਕ ਹੈ ਨਾ, ਪ੍ਰੈਸ ਨੂੰ, ਮੀਡੀਆ ਨੂੰ ਸਾਂਝਾ ਕਰੋ ਤਾਂ ਕਿ ਅੰਦਰ ਪਤਾ ਤਾਂ ਲੱਗੇ ਵੀ ਇਹ ਕੇਸ ਕਦਰ ਕੈਪਟਨ ਅਮਰਿੰਦਰ ਸਿੰਘ ਦੀਆਂ ਤਾਰੀਫਾਂ ਦੇ ਪੁਲ ਬੰਨ੍ਹਦੇ ਸੀ। ਉਹਨਾਂ ਦੀ ਬੰਨੀ ਹੋਈ ਹਰੀ ਪੱਗ ਦੀਆਂ ਤਾਰੀਫਾਂ ਕਰਦੇ ਸੀ ਵੀ ਵਾਹ ਕੈਪਟਨ ਸਾਹਿਬ ਅੱਜ ਕਿਸਾਨ ਰੰਗੀ ਪੱਗ ਬੰਨ੍ਹ ਕੇ ਆਏ ਹੋ ਤੁਸੀਂ। ਅੱਛਾ, ਇਸ ਕਦਰ ਤਾਰੀਫਾਂ ਕੀਤੀਆਂ ਗਈਆਂ। ਮੈਂ ਕੈਪਟਨ ਸਾਹਿਬ ਦੁਆਰਾ ਲਿਆਂਦੇ 3 ਬਿੱਲਾਂ ਦਾ ਲੋਕ ਇਨਸਾਫ ਪਾਰਟੀ ਨੇ ਸਮਰਥਨ ਕੀਤਾ, ਪਰ ਵਿਰੋਧ ਕੀਤਾ ਜਦੋਂ ਕੈਪਟਨ ਸਾਹਿਬ ਨੇ ਇਹ ਗੱਲ ਕਹੀ ਕਿ ਮੈਂ ਕਿਸਾਨਾਂ ਨੂੰ ਕਹਿੰਦਾ ਰੇਲਵੇ ਟਰੈਕ ਖਾਲੀ ਕਰ ਦਿਓ, ਟੋਲ ਪਲਾਜ਼ੇ, ਸੜਕਾਂ ਖਾਲੀ ਕਰ ਦਿਓ। ਮੈਂ ਕੈਪਟਨ ਸਾਹਿਬ ਸੌਰੀ, ਅਸੀਂ ਤੇਰੇ ਨਾਲ ਸਹਿਮਤ ਨਹੀਂ ਗਏ। ਜੇ ਅੱਜ ਇਹ ਸੈਸ਼ਨ ਆਇਆ ਨਾ, ਇਹ ਕਿਸਾਨਾਂ ਦੇ ਸੰਘਰਸ਼ ਦਬਾਅ ਦੀ ਬਦੌਲਤ ਸੈਸ਼ਨ ਆਇਆ, ਤੁਸੀਂ ਨਹੀਂ ਸੀ ਲੈ ਕੇ ਆਉਂਦੇ। ਬਿਲਕੁਲ ਸਹੀ। ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਹੁਣ ਜਿਹੜੇ 3 ਬਿੱਲ ਆਏ, ਇਹ ਲੋਕ ਆਮ ਆਦਮੀ ਤੇ ਅਕਾਲੀ ਸੋਲੇ ਪੜਦੇ ਸੀਗੇ ਰਾਜਪਾਲ ਦੇ ਘਰ ਤੱਕ, ਉਦੋਂ ਬਾਹਰ ਪ੍ਰੈਸ ਦੇ ਵਿੱਚ। ਦੂਜੇ ਦਿਨ ਯੂ ਟਰਨ ਵੱਜ ਗਏ, ਸ਼ਾਮ ਨੂੰ ਵੱਜ ਗਈ ਸੀ, ਉਸੇ ਲੇਟ ਵਜੇ, ਲੇਟ ਈਵਨਿੰਗ ਵੱਜੇ। ਹਾਂਜੀ, ਹਨੇਰੇ ਜੇ ਵੱਜੇ, ਕਿਉਂਕਿ ਇਹਨਾਂ ਦੇ ਰਿਮੋਟ ਕੰਟਰੋਲ ਦਿੱਲੀ ਪਏ ਆ। ਬਾਦਲਾਂ ਦਾ ਚਾਹੇ ਸੰਧੀ ਟੁੱਟ ਗਈ ਬੀਜੇਪੀ ਨਾਲੋਂ, ਪਰ ਰਿਮੋਟ ਕੰਟਰੋਲ ਹਜੇ ਵੀ ਦਿੱਲੀ ਹੈ। ਅੱਛਾ ਜੀ। ਸਾਰੋਂ ਸਾਹਿਬ ਲਾਏ ਜੀ, ਚੀਫ ਗੁਰਦੁਆਰਾ ਇਲੈਕਸ਼ਨ ਕਮਿਸ਼ਨਰ ਜੀ, ਉਹਨਾਂ ਨੂੰ ਹਜੇ ਤੱਕ ਦਫ਼ਤਰ ਨਹੀਂ ਮਿਲਿਆ ਜੀ, ਉਹਨਾਂ ਨੂੰ ਸਟਾਫ ਨਹੀਂ ਮਿਲਿਆ। ਹੁਣ ਮੁੱਖ ਮੰਤਰੀ ਸਾਹਿਬ ਪੰਜਾਬ ਪਗੜੀ ਧਾਰੀ ਸਿੱਖ ਆ, ਉਹ ਸਟੇਟ ਗਵਰਨਮੈਂਟ ਨੇ ਦੇਣਾ। ਹੁਣ ਤੁਸੀਂ ਰਲੀ ਮਿਲੀ ਭੁਗਤ ਦੇਖੋ ਇਹਨਾਂ ਦੀ। ਉਹ ਲਾਏ ਸਿਰਫ ਤੇ ਵੋਟਾਂ ਪਾਉਣ ਵਾਸਤੇ ਨਹੀਂ, ਇਲੈਕਸ਼ਨ ਕਰਾਉਣ ਵਾਸਤੇ ਨਹੀਂ ਲਾਏ ਉਹ। ਅੱਛਾ, ਇਹ ਐਵੇਂ ਖਾਮਖਾਈ ਰੌਲਾ ਹੀ ਹੈਗਾ ਵੀ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਆ ਰਹੀ ਹੈ ਪੰਜਾਬ ਦੇ ਅੰਦਰ, ਉਹ ਬਾਦਲਾਂ ਨੂੰ ਡਰਾਉਣ ਵਾਸਤੇ ਲਾਏ। ਅੱਛਾ, ਵੀ ਬਾਦਲਾਂ ਦੇ ਗੋਡੇ ਕਿੱਦਾਂ ਟਿਕਾਉਣੇ ਆ। ਗੋਡੇ ਟਿਕ ਗਏ 2 ਦਿਨ ਬਾਅਦ। ਮੈਂ ਤੁਹਾਨੂੰ ਅੰਦਰਲੀ ਗੱਲ ਦੱਸਦਾ, ਆਪਣੇ ਸੂਤਰਾਂ ਤੋਂ ਪਤਾ ਵੀ ਕਰਿਓ। 2 ਦਿਨ ਬਾਅਦ ਜਦੋਂ ਸਾਰੋ ਸਾਹਿਬ ਲੱਗਦਾ ਤੇ 2 ਦਿਨ ਬਾਅਦ RSS ਹੈੱਡਕੁਆਟਰ ਦੇ ਉੱਤੇ ਸੁਖਬੀਰ ਬਾਦਲ ਦੀ ਬੀਜੇਪੀ ਦੇ ਲੀਡਰਾਂ ਨਾਲ ਮੀਟਿੰਗ ਹੋਈ। ਰਿਮੋਟ ਇਹਨਾਂ ਦੇ ਹਜੇ ਵੀ ਦਿੱਲੀ ਪਏ ਆ, ਅਲੱਗ ਹੋ ਗਏ। ਰਿਮੋਟ ਦਿੱਲੀ ਆ, ਰਿਮੋਟ ਦਾ ਚੈਨਲ ਚੇਂਜ ਹੋਇਆ ਤੇ ਦੂਜੇ ਦਿਨ ਇਹ ਕਹਿ ਲਈਏ ਗਿਰਗਟ ਵਾਂਗੂ ਰੰਗ ਬਦਲ ਗਏ ਤੇ ਵਿਰੋਧ ਤੁਸੀਂ ਵਿਧਾਨ ਸਭਾ ਦੇ ਅੰਦਰ ਵਿਰੋਧ ਕਰਦੇ ਜੀ। ਹੁਣ 4 ਤਰੀਕ ਨੂੰ ਮੇਰਾ ਖਿਆਲ ਰਾਸ਼ਟਰਪਤੀ ਤੋਂ ਟਾਈਮ ਮਿਲਿਆ। ਹਾਂਜੀ, ਮੈਂ ਕੈਪਟਨ ਸਾਹਿਬ ਨੂੰ ਜਦੋਂ ਗਵਰਨਰ ਅਸੀਂ ਗਏ, ਮੈਂ ਉੱਥੇ ਰੋਸਾ ਕੀਤਾ। ਗਵਰਨਰ ਸਾਹਿਬ ਨੇ ਗੁਰਪ੍ਰੀਤ ਸਾਰੀ ਅਸੈਂਬਲੀ ਦੀ ਸਮੇਤ ਮੰਤਰੀ ਮੰਡਲ ਤੇ ਮੁੱਖ ਮੰਤਰੀ ਦੱਬ ਕੇ ਬੇਇੱਜ਼ਤੀ ਕੀਤੀ ਸਾਡੀ ਉਹਨੇ। ਅੱਛਾ ਜੀ, ਉਹ ਪਤਾ ਲੱਗੀ ਸੀ ਮੌਕੇ ਦੇ ਉੱਤੇ ਮੁੱਖ ਮੰਤਰੀ ਸਾਹਿਬ ਨੂੰ ਰੋਸਾ ਪ੍ਰਗਟ ਕੀਤਾ ਵੀ CM ਸਾਹਿਬ ਇਹ ਬੇਇੱਜ਼ਤੀ ਹੈ ਸਾਡੀ ਨਹੀਂ, ਇਹ ਪੰਜਾਬ ਦੇ ਲੋਕਾਂ ਦੀ ਬੇਇੱਜ਼ਤੀ ਆ। 115 ਲੋਕਾਂ ਨੇ ਜਿਤਾ ਕੇ ਭੇਜਿਓ। ਕੈਪਟਨ ਸਾਹਿਬ ਨੇ ਮੇਰਾ ਇੱਥੋਂ ਹੱਥ ਫੜ ਕੇ ਏਦਾਂ ਘੁੱਟ ਦਿੱਤਾ ਵੀ ਰਹਿਣ ਦਿਓ। ਹੋਇਆ ਕੀ ਸੀ? ਹੋਇਆ ਵੈਸਾ ਇੱਕ ਫੇਰ ਦੱਸ ਦਿਓ, ਅੱਗੇ ਵੀ ਤੁਹਾਨੂੰ ਦੱਸੀ ਸੀ ਗੱਲ। ਸੁਰੱਖਿਆ ਪੱਟੀ ਏਦਾਂ ਲਾਈ ਹੋਈ ਹੈ ਸਾਹਮਣੇ, ਰੱਸੀ ਬੰਨੀ ਹੋਆ, ਜਿੱਦਾਂ ਅਦਾਲਤ ਦੇ ਕਟਹਿਰੇ ਦੇ ਵਿੱਚ ਕੋਈ ਦੋਸ਼ੀ ਖੜਾ ਕੀਤਾ ਹੁੰਦਾ ਨਾ, ਇਸ ਤਰੀਕੇ ਨਾਲ ਸਾਰੇ MLA ਤੇ ਮਿਨਿਸਟਰ ਖੜੇ ਆ ਜੀ। ਕੈਪਟਨ ਸਾਹਿਬ ਨੇ ਮੈਨੂੰ ਹਾਕ ਮਾਰੀ LOP ਨੂੰ ਵੀ ਇਹ ਪਾਰਟੀਆਂ ਦੇ ਲੀਡਰ ਹੈਗੇ ਆ ਹਾਊਸ ਅੰਦਰ, ਉਹਨਾਂ ਨੂੰ ਕਹਿ ਕੇ ਉਹਨਾਂ ਨੇ ਨਾਲ ਚੇਅਰਾਂ ਲਵਾਈਆਂ। 2 ਕੁਰਸੀਆਂ ਸੀਗੀਆਂ। ਅੱਛਾ ਜੀ। ਫਿਰ ਫੋਟੋ ਹੁੰਦੀ ਆ, ਉਹਨਾਂ ਨੂੰ 3 ਬਿੱਲਾਂ ਦੀ ਕਾਪੀ ਨਾਲ ਮੈਮੋਰੈਂਡਮ ਵੀ ਇਹਨੂੰ ਜਲਦੀ ਪ੍ਰਵਾਨਗੀ ਦੇ ਦਿਓ। ਗਵਰਨਰ ਸਾਹਿਬ ਉਹ ਕਾਪੀ ਫੜਦੇ ਆ, ਕਾਗਜ਼ ਸਾਡੇ ਕੋਲੋਂ ਫੜਦੇ ਆ ਮੁੱਖ ਮੰਤਰੀ ਸਾਹਿਬ ਤੋਂ। ਮੁੱਖ ਮੰਤਰੀ ਸਾਹਿਬ ਆਪਣੀ, ਤੁਸੀਂ ਵੀਡੀਓ ਦੇਖਿਓ, CM ਸਾਹਿਬ ਬੈਠਦੇ ਆ, ਉਹ ਨਾਲ ਹੀ ਯੂ ਟਰਨ ਲੈ ਕੇ ਆਪਣੇ ਆਫਿਸ ਚਲੇ ਜਾਂਦੇ ਆ। ਇੱਕ ਸ਼ਬਦ ਨਹੀਂ, ਮੁੱਖ ਮੰਤਰੀ ਜੀ ਬੈਠੇ ਵੀ ਇਹ ਬੈਠਣਗੇ, ਕੋਈ ਨਾ ਕੋਈ ਰਾਜਪਾਲ ਸਾਹਿਬ ਗੱਲ ਕਰਨਗੇ। ਜਿਹੜੇ ਮਸਲੇ ਲਈ 115 ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆਏ ਆ, ਉਹ ਅੰਦਰ ਚਲੇ ਜਾਂਦੇ ਆ। ਚਾਹ ਪਾਣੀ ਤਾਂ ਬੜੀ ਦੂਰ ਦੀ ਗੱਲ ਆ, ਜਿੱਦਾਂ ਦੋਸ਼ੀ ਕਟਹਿਰੇ 'ਚ ਖੜਾ ਹੁੰਦਾ, ਉਹ ਰੱਸੀ ਦੇ ਪਰਲੇ ਪਾਸੇ ਸਾਰੇ ਕਟਹਿਰੇ। ਮੈਂ ਮੁੱਖ ਮੰਤਰੀ ਸਾਹਿਬ ਨੂੰ ਉਸੇ ਟਾਈਮ ਆਪਣਾ ਰੋਸ ਪ੍ਰਗਟ ਕੀਤਾ ਵੀ CM ਸਾਹਿਬ ਇਹ ਕਿੱਦਾਂ ਬਿੱਲਾਂ ਨੂੰ ਮਨਜ਼ੂਰੀ
ਇਹਨਾਂ ਨੂੰ ਤਾਂ ਤੁਹਾਡੀ ਸਾਡੇ ਸਟੇਟ ਦੇ, ਮੈਂ ਕਾਂਗਰਸ ਦੇ ਲੀਡਰ ਦੀ ਨਹੀਂ ਗੱਲ ਕਰ ਰਿਹਾ, ਸਾਡੇ ਸੂਬੇ ਦੇ ਸੀਐਮ ਦੀ ਜੀ ਜੀ ਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਨੇ ਇਨਸਲਟ ਕੀਤੀ ਹੈ। ਮੈਂ ਸਪੀਕਰ ਨੂੰ ਲਿਖ ਕੇ ਭੇਜਿਆ ਰੋਸ ਆਪਣਾ ਵੀ ਨਿੰਦਾ ਪ੍ਰਸਤਾਵ ਲੈ ਕੇ ਆਓ, ਰੈੱਡ ਕਾਰਪੇਟ ਵੈਲਕਮ ਦਿੰਦੇ ਆ ਜਦੋਂ ਸਪੀਕਰ ਆਉਂਦਾ। ਹੁਣ ਮੈਂ ਅਗਲੀ ਗੱਲ ਦੱਸ ਦਿੰਦਾ, ਐਡੀ ਵੱਡੀ ਰਾਜਪਾਲ ਜੀ ਪਾਰਸ਼ੈਲਿਟੀ ਕਰਨ, ਇੱਕ ਗਲੀ ਦਾ ਲੀਡਰ ਹੋਵੇ ਗੁਰਪ੍ਰੀਤ ਜੀ, ਬੀਜੇਪੀ ਦਾ ਵਾਰਡ ਪੱਧਰੀ ਲੀਡਰ ਹੋਵੇ, ਉਹ ਮੇਲ ਕਰੇ ਗਵਰਨਰ ਸਾਹਿਬ ਨੂੰ ਵੀ ਸਾਨੂੰ ਟਾਈਮ ਚਾਹੀਦਾ, ਉਹ ਕਹਿੰਦੇ ਆ ਜਾਓ, ਗੱਲ ਹੀ ਕੋਈ ਨਹੀਂ, VVIP ਟ੍ਰੀਟਮੈਂਟ ਮਿਲਦਾ ਉੱਥੇ। ਅੱਛਾ, ਮੈਂ ਕਰੂੰਗਾ ਗੱਲਾਂ, ਉਹਨਾਂ ਨੇ ਬਜਟ ਦੇ ਵਿੱਚ ਸਪੀਚ ਕਰਨ ਆਉਣਾ, ਮੈਂ ਬੋਲੂੰਗਾ ਬਰਖਲਾਫ। ਇਹ ਪੰਜਾਬ ਦੇ ਲੋਕਾਂ ਦੀ ਤੋਹੀਨ ਕੀਤੀ ਆ, ਪਾਰਸ਼ੈਲਿਟੀ ਹੋ ਰਹੀ ਆ। ਬੀਜੇਪੀ ਦੇ ਲੀਡਰਾਂ ਵਾਸਤੇ VVIP ਟ੍ਰੀਟਮੈਂਟ, ਜਿਹੜੇ ਗਲੀ ਮਹੱਲੇ 'ਚ ਉੱਠ ਕੇ ਲੀਡਰ ਗਏ ਉਹਨਾਂ ਨੂੰ VVIP ਟ੍ਰੀਟਮੈਂਟ, ਤੇ ਜਿਹੜੇ ਲੋਕਾਂ ਦੇ ਜਿਤਾਏ ਹੋਏ ਤੇ ਮੁੱਖ ਮੰਤਰੀ ਤੇ ਮੰਤਰੀ ਮੰਡਲ ਉਹਨਾਂ ਦੀ ਤੁਸੀਂ ਬੇਇੱਜ਼ਤੀ ਕਰੋ। 4 ਤਰੀਕ ਵਾਲੀ ਜਿਹੜੀ ਗੱਲ ਆ, ਲੋਕ ਇਨਸਾਫ ਪਾਰਟੀ ਜੇ ਸੱਦਾ ਸਰਕਾਰ ਦਾ, ਕੈਪਟਨ ਗਵਰਨਮੈਂਟ ਦਾ ਆਊਗਾ, ਅਸੀਂ ਜਾਵਾਂਗੇ ਪੱਲਾ ਅੱਡ ਕੇ ਰਾਸ਼ਟਰਪਤੀ ਕੋਲੇ ਮਿੰਨਤਾਂ ਤਰਲੇ ਕਰਾਂਗੇ ਵੀ ਅਸੀਂ 13 ਲੋਕ ਸਭਾ ਨਾ ਦੇਖੋ, ਅਸੀਂ ਉਹ ਲੋਕ ਆ ਜਿਹੜੇ ਦੇਸ਼ ਦੇ ਰਖਵਾਲੇ ਆ। ਮੈਨੂੰ ਅੱਜ ਇਹ ਗੱਲ ਕਹਿਣ 'ਚ ਵੀ ਕੋਈ ਹਿਚਕਚਾਹਟ ਨਹੀਂ। ਦੇਸ਼ ਦੀ ਵੰਡ ਵੇਲੇ ਮੁਸਲਮਾਨ ਭਰਾਵਾਂ ਨੂੰ ਪਾਕਿਸਤਾਨ ਮਿਲ ਗਿਆ, ਸਾਡਾ ਇਸ ਦੇਸ਼ ਦੇ ਵਿੱਚ ਬਰਾਬਰ ਦਾ ਹਿੱਸਾ। ਬਿਲਕੁਲ ਸਹੀ। ਤੁਸੀਂ 13 ਸੀਟਾਂ ਨੂੰ ਮੱਦੇਨਜ਼ਰ ਰੱਖ ਕੇ ਸਾਡੇ ਇਮਤਿਹਾਨ ਲਾਓ, ਤੁਸੀਂ ਸਾਡੀ ਸਾਰਾ ਜਿਹੜੀ ਖੇਤੀਬਾੜੀ ਆ ਉਹਨੂੰ ਦੱਬਣ ਦਾ ਯਤਨ ਕਰੋ। ਤੁਹਾਨੂੰ ਯਾਦ ਆ 30 ਸਾਲ ਦਾ ਅਰਸਾ ਇਸ ਧਰਤੀ ਦੇ ਉੱਤੇ ਪੰਜਾਬੀਆਂ ਦਾ ਖੂਨ ਡੁੱਲਣ ਤੋਂ ਬਾਅਦ ਸ਼ਾਂਤੀ ਆਈ ਜੀ। ਮਸਲਾ ਤੁਰਿਆ ਕਿੱਥੋਂ ਸੀ? ਕਪੂਰੀ ਟੱਕ ਲੱਗਿਆ SYL ਦਾ, ਉੱਥੇ ਮੋਰਚਾ ਲੱਗ ਗਿਆ ਕਪੂਰੀ ਦਾ, ਫਿਰ ਉਹ ਮੋਰਚਾ ਤਬਦੀਲ ਹੋ ਕੇ ਦਰਬਾਰ ਸਾਹਿਬ ਕੰਪਲੈਕਸ ਅੰਮ੍ਰਿਤਸਰ ਜਾਂਦਾ, ਧਰਮ ਯੁੱਧ ਮੋਰਚੇ 'ਚ ਤਬਦੀਲ ਹੁੰਦਾ ਜੀ। ਤੇ ਉਦੋਂ ਬਾਅਦ 'ਚ ਤਕਰੀਬਨ 30 ਸਾਲ ਦਾ ਅਰਸਾ, ਉਦੋਂ ਵੀ ਸਾਡੀ ਸਾਰਾ ਨੂੰ ਨੱਪਣ ਦਾ ਯਤਨ ਕੀਤਾ ਸੀ ਬੀਬੀ ਇੰਦਰਾ ਗਾਂਧੀ ਨੇ ਜੀ। ਤੇ ਅੱਜ ਉਹੀ ਜਿਹੜਾ ਐਕਸਪੈਰੀਮੈਂਟ ਬੀਬੀ ਇੰਦਰਾ ਕਰਦੀ ਸੀ, ਅੱਜ ਉਹੀ ਤਜਰਬਾ ਮੋਦੀ ਸਾਹਿਬ ਦੁਹਰਾ ਰਹੇ ਆ। ਤੁਹਾਨੂੰ ਯਾਦ ਆ ਪਿਛਲੇ 3-4 ਦਿਨ ਪਹਿਲਾਂ ਉਹ ਬਿਹਾਰ ਦੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦੇ ਆ, ਉਹਨਾਂ ਦੀ ਸਟੇਟਮੈਂਟ ਹੈਡਲਾਈਨ ਬਣੀ, ਉਹ ਕਹਿੰਦੇ ਨਾ ਮੈਂ 370 ਤੋੜੂੰਗਾ ਤੇ ਨਾ ਮੈਂ ਖੇਤੀ ਸੁਧਾਰ ਕਾਨੂੰਨ। ਇਹਨੂੰ ਬਰੀਕੀ ਨਾਲ ਵਰਣਨ ਕਰੋ, ਇਹਦਾ ਵਿਆਖਿਆ ਕਰਕੇ ਦੇਖੋ। 370 ਮਤਲਬ ਮੁਸਲਿਮ, ਖੇਤੀ ਸੁਧਾਰ ਕਾਨੂੰਨ ਮਤਲਬ ਪੰਜਾਬ ਦੇ ਸਿੱਖ, ਹਿੰਦੂ ਕਾਰਡ। ਉਹ ਯਾਰ ਫੈਡਰਲਿਜ਼ਮ ਨੂੰ ਮਜ਼ਬੂਤ ਕਰ ਲਓ ਮੋਦੀ ਸਾਹਿਬ, ਇਹ ਦੇਸ਼ ਬੜਾ ਮਹਾਨ ਆ ਜੀ। ਇਸ ਮਹਾਨ ਦੇਸ਼ ਦੀ ਪਰੰਪਰਾ, ਇਸ ਦੇਸ਼ ਦੇ ਲੋਕ ਬੜੇ ਸੂਰਬੀਰ ਤੇ ਯੋਧੇ ਬਹਾਦਰ ਆ। ਬੀਬੀ ਇੰਦਰਾ ਗਾਂਧੀ ਐਮਰਜੈਂਸੀ ਲਾਉਣ ਤੋਂ ਬਾਅਦ ਇਹ ਸੋਚਦੀ ਸੀ ਵੀ ਦੇਸ਼ ਦੇ ਅੰਦਰ ਮੇਰੇ ਮੁਕਾਬਲੇ ਦੇ ਵਿੱਚ ਕੋਈ ਪਾਰਟੀ ਨਹੀਂ। ਆਉਂਦੀ ਲੋਕ ਸਭਾ ਦੇ ਵਿੱਚ ਬੀਬੀ ਇੰਦਰਾ ਦੀ ਸੀਟ ਵੀ ਹਰਾ ਦਿੱਤੀ ਸੀ ਲੋਕਾਂ ਨੇ ਜੀ। ਇਹ ਇਤਿਹਾਸ ਹੈ ਸਾਡੇ ਦੇਸ਼ ਦੇ ਲੋਕਾਂ ਦਾ। ਸੋ ਇਹ ਗਲਤ ਤਰੀਕੇ ਨਾਲ ਤੁਰ ਪਏ। ਮੈਂ ਫੇਰ ਕਹੂੰਗਾ ਜਿਹੜੇ ਲੋਕ ਰਾਜਨੀਤੀ ਕਰਦੇ ਨੇ ਇਸ ਮੁੱਦੇ ਦੇ ਉੱਤੇ, ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਅਸੀਂ ਅਸੈਂਬਲੀ ਦੇ ਵਿੱਚ ਸਰਕਾਰ 3 ਬਿੱਲ ਲਿਆਈ ਆ, ਉਹ ਖੇਤੀ ਸੁਧਾਰ ਕਾਨੂੰਨਾਂ ਦੀ ਧਾਰ ਖੁੰਡਿਆਂ ਕਰਨ ਲਈ ਆ, ਕੋਈ ਖੇਤੀ ਕਿਸਾਨ ਦੇ ਵਰਖਲਾਫ ਨਹੀਂ ਹੈਗੇ। ਐਂਡ ਮੈਂ CM ਸਾਹਿਬ ਨੂੰ ਫਿਰ ਰਿਕੁਐਸਟ ਕਰੂੰਗਾ ਵੀ ਪ੍ਰਧਾਨ ਮੰਤਰੀ ਸਾਹਿਬ ਤੋਂ ਵੀ ਲਓ ਟਾਈਮ, ਝੂਠੇ ਦੇ ਘਰ ਤੱਕ ਜਾਵਾਂਗੇ ਅਸੀਂ ਜੀ। ਲੋੜ ਪਊਗੀ ਅਗਲੀਆਂ ਕਾਰਵਾਈਆਂ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਕਹਾਂਗੇ ਵੀ ਭਾਈ ਜੱਟ ਮਹਾਸਭਾ ਬਣਾਉਣ ਵਾਲਾ ਬੜਾ ਕਿਸਾਨ ਹਤੈਸ਼ੀ ਕਹਾਉਣ ਦੇ ਵਿੱਚ ਮਾਣ ਰੱਖਦਾ, ਤੇ ਅਗਲੇ ਕੰਮ ਵੀ ਕਰ ਸਾਰੇ, ਤਾਂ ਜੋ ਅਸੀਂ ਆਪਣੀ ਇਕਾਨਮੀ ਉਹਨੂੰ ਬਚਾਈਏ। ਕੋਈ ਸਾਨੂੰ ਤਰੀਕਾ ਲੱਭਣਾ ਪਵੇ, ਸਾਨੂੰ ਕੋਈ ਕੰਮ ਕਰਨਾ ਪਵੇ, ਉਹ ਕਰਨਾ ਚਾਹੀਦਾ ਸਾਨੂੰ। 2 ਸਵਾਲ ਇੱਥੋਂ ਤੁਹਾਡੀਆਂ ਗੱਲਾਂ 'ਚੋਂ ਨਿਕਲੇ। ਇੱਕ ਤਾਂ ਤੁਸੀਂ ਦੱਸ ਦਿੱਤਾ ਕਿ ਵੀ ਜਸਟਿਸ SS ਆਰੋ ਹੋਰਾਂ ਦੀ ਨਿਯੁਕਤੀ ਉਹ ਵੀ ਇੱਕ ਤਰ੍ਹਾਂ ਦਾ ਸ਼ੀਸ਼ਾ ਵੀ ਲਿਸ਼ਕੋਰ ਪੈਂਦੀ ਰਵੇ। ਹਾਂਜੀ। ਤੇ ਦੂਜਾ ਚੰਦ ਦਿਨ ਪਹਿਲਾਂ ਤਰੀਕ ਪਈ ਸੀ, ਉਦੋਂ ਤਾਂ ਉਹ ਆਏ ਨਹੀਂ ਰਣਿੰਦਰ ਹੋਰੀ, ਹੁਣ ਮੇਰਾ ਖਿਆਲ 6 ਤਰੀਕ ਦੁਬਾਰਾ ਫਿਰ ਉਧਰਲੇ ਪਾਸੇ ਵੀ ਸ਼ੀਸ਼ੇ ਦੀ ਲਿਸ਼ਕੋਰ ਹੈ। ਤੇ ਤੁਸੀਂ ਜਿਵੇਂ ਕਹਿੰਦੇ ਹੋ ਵੀ ਆਓ ਚੱਲੀਏ, ਫਿਰ ਤੁਰਨਗੇ ਨਾਲ ਤੁਹਾਡੇ। ਇੱਥੇ ਆ ਕੇ ਤਾਂ ਮਜਬੂਰੀ ਹੈ ਉਹੀ ਤਾਂ ਸਮਝੀਏ ਫਿਰ। ਤੁਸੀਂ ਇਕੱਲੀ ਇਹਦੀ ਰਣਿੰਦਰ ਵਾਲੀ ਗੱਲ ਨਾ ਕਰੋ। ਕੈਪਟਨ ਸਾਹਿਬ ਦਾ ਦਮਾਦ ਗੁਰਪਾਲ ਸਿੰਘ ਹੈ, ਸ਼ਾਇਦ ਤੁਹਾਨੂੰ ਯਾਦ ਹੋਵੇ, ਸੰਬੋਲੀ ਸ਼ੂਗਰ ਮਿਲ ਜੀ, ਉੱਤਰ ਪ੍ਰਦੇਸ਼, ਇਹਨਾਂ ਦਾ ਸਨ ਇਨ ਲਾਅ ਹੈਗਾ ਗੁਰਪਾਲ ਜੀ। 110 ਕਰੋੜ ਰੁਪਏ ਦਾ ਪੰਜਾਬ ਨੈਸ਼ਨਲ ਬੈਂਕ ਦਾ ਘਪਲਾ ਹੈਗਾ ਕਿਸਾਨਾਂ ਦੇ ਨਾਮ ਦੇ ਉੱਤੇ, ਬੜਾ ਹਾਈਲਾਈਟ ਹੋਇਆ, CD ਨੇ ਚਾਰਜ ਕੀਤਾ ਜੀ। ਉਹ ਫਾਈਲ ਵੀ ਠੰਡੇ ਬਸਤੇ ਪਈ ਹੈ। ਰੌਲਾ ਤਾਂ ਇੱਥੇ ਆ ਕੇ ਪੈਂਦਾ ਨਾ ਕਿ ਜਿਹੜੀਆਂ ਦੁਖਦੀਆਂ ਰਗਾਂ ਇਹਨਾਂ ਦੇ ਆਪਣੇ ਮਫਾਦ ਲਈ, ਆਪਣੇ ਟੱਬਰ ਵਾਸਤੇ ਜਿਹੜੇ ਮਾੜੇ ਕੰਮ ਕੀਤੇ ਹੋਏ ਆ, ਉਹ ਸਟੇਟ ਦੇ ਭਲੇ ਵਾਸਤੇ ਰੋੜਾ ਅਟਕਾਉਂਦੇ। ਮੈਂ ਪੰਜਾਬ ਦੇ ਲੋਕ ਆ ਯਾਰ,
ਇਹਨਾਂ ਨੂੰ ਬਾਰ-ਬਾਰ ਮੌਕਾ ਦਿੰਦੇ ਆ। ਅਸੀਂ ਬਥੇਰਾ ਰੌਲਾ ਰੂਲਾ ਪਾਉਂਦੇ ਵੀ ਯਾਰ ਇੱਕ ਵਾਰੀ ਬਦਲੀ ਕਰ ਲਓ, ਇਹ ਨਾ ਚੰਗਾ ਲੱਗੂ ਫਿਰ ਇਹਨਾਂ ਨੂੰ ਸਾਂਭ ਦਿਓ। ਨਹੀਂ ਤਾਂ ਬਦਲੀ ਕਰਦੇ ਤੇ ਹੈਗੇ, ਕਾਂਗਰਸ ਤੋਂ ਬਾਅਦ ਅਕਾਲੀ, ਅਕਾਲੀ ਤੋਂ ਬਾਅਦ ਕਾਂਗਰਸ। ਗੱਲ ਤਾਂ ਇਹੀ ਹੈਗੀ ਹੈ ਨਾ ਵੀ ਉਹ ਬਦਲੀ ਕਰਦੇ ਆ। ਚਲੋ ਲੋਕ ਤੰਤਰ ਦੇ ਅੰਦਰ ਲੋਕ ਮਤ ਦਾ ਫੈਸਲਾ ਸਿਰ ਮੱਥੇ ਆ। ਕੋਈ ਕ੍ਰਾਂਤੀ ਜਿਹੜੀ ਉਹ ਰਾਤੋਂ ਰਾਤ ਸਫਲ ਨਹੀਂ ਹੁੰਦੀ, ਸਮਾਂ ਲੱਗ ਜਾਂਦਾ। ਚੇਂਜ ਹੈਗੀ ਆ, ਮੈਂ ਵੀ ਉਸੇ ਚੇਂਜ ਦੀ ਉਪਜ ਆ। ਬਿਲਕੁਲ ਮੇਰੇ ਵਰਗੇ ਬੰਦੇ ਨੂੰ ਕੌਣ ਇੰਡੀਪੈਂਡੈਂਟ 2 ਭਾਂਜਿਆਂ ਨੂੰ ਜਿਤਾ ਦਿੰਦਾ। ਲੁਧਿਆਣੇ ਦੇ ਉਹ ਲੋਕ ਜਿਹੜੇ ਬੜੇ ਪੜ੍ਹੇ ਲਿਖੇ ਆ, ਸਮਝਦਾਰੀ ਨਾਲ ਫੈਸਲਾ ਲੈਂਦੇ ਆ। ਮੇਰੇ ਇਲਾਕੇ ਦੇ ਵਿੱਚ ਬੜੇ ਵੱਡੇ ਸਨਅਤਕਾਰ ਰਹਿੰਦੇ ਆ, ਉਹਨਾਂ ਨੂੰ ਮੇਰੇ ਤੱਕ ਕੋਈ ਲੋੜ ਨਹੀਂ, ਬਟ ਉਹ ਕਹਿੰਦੇ ਆ ਵੀ ਯਾਰ ਇਮਾਨਦਾਰੀ ਨਾਲ ਕੰਮ ਕਰਦਾ, ਵੋਟ ਪਾਓ ਇਹਨੂੰ। ਸੋ ਅੰਦੋਲਨ, ਕੋਈ ਕ੍ਰਾਂਤੀਆਂ ਰਾਤੋਂ ਰਾਤ ਸਫਲ ਨਹੀਂ ਹੁੰਦੀਆਂ। ਸਮਾਂ ਲੱਗੂਗਾ, ਅਸੀਂ ਪਾਣੀ ਦੀ ਕੀਮਤ ਲੈਣ 'ਚ ਵੀ ਸਫਲ ਹੋਵਾਂਗੇ ਜੀ। ਐਂਡ ਅਸੀਂ ਜਿਹੜਾ ਸਟੇਟ ਸਾਡਾ ਰਾਈਟ ਹੈਗੇ ਆ, ਅਸੀਂ ਉਹ ਸਟੇਟ ਰਾਈਟ ਲੈਣ ਦੇ ਵਿੱਚ ਦੇਸ਼ ਅੰਦਰ ਅੱਜ ਜਿਹੜੀ ਜਿੱਥੇ ਕੁਹਾੜਾ ਚੱਲਿਆ ਉੱਥੇ ਲਹਿਰ ਹੈਗੀ ਆ। ਯਤਨ ਕਿਸਾਨ ਜਥੇਬੰਦੀਆਂ ਨੂੰ ਤੇ ਸਾਰੇ ਪੰਜਾਬ ਹਤੈਸ਼ੀ ਲੀਡਰਾਂ ਨੂੰ ਵੀ ਕਰਨਾ ਚਾਹੀਦਾ ਵੀ ਅਸੀਂ ਰਾਜ ਅਧਿਕਾਰਾਂ ਦੇ ਰਾਖੇ ਜਿਹੜੇ ਲੋਕ ਹੈਗੇ ਆ ਵੱਖ-ਵੱਖ ਸਟੇਟਾਂ 'ਚ, ਉਹਨਾਂ ਨੂੰ ਇੱਕ ਪਲੇਟਫਾਰਮ ਤੇ ਲੈ ਕੇ ਆਈਏ। 16 ਤਰੀਕ ਨੂੰ ਤੁਸੀਂ ਪ੍ਰੋਗਰਾਮ ਦਿੱਤਾ ਬੈਂਸ ਸਾਹਿਬ ਕਿ ਵੀ ਦੁਬਾਰਾ ਇੱਕ ਤਰ੍ਹਾਂ ਨਾਲ ਪੰਜਾਬ ਅਧਿਕਾਰ ਯਾਤਰਾ ਕੱਢਣੀ ਹੈ ਜੀ। ਪਹਿਲਾਂ ਤਾਂ ਉਹ ਦਿਨ ਕਿਉਂ ਮਿੱਥਿਆ, ਤੇ ਦੂਸਰਾ ਉਹਦੇ ਵਿੱਚ ਹੋਊਗਾ ਕੀ, ਇਹ ਆਪਾਂ ਜ਼ਰੂਰ ਸਮਝਾਈਏ ਪੰਜਾਬੀ। 16 ਨਵੰਬਰ 2016 ਪੰਜਾਬ ਅਸੈਂਬਲੀ ਦੇ ਵਿੱਚ ਪਾਸ ਹੋਇਆ। ਮੈਨੂੰ ਕੁੱਟ ਬੜੀ ਗੁਰਪ੍ਰੀਤ ਖਾਣੀ ਪਈ ਜੀ। ਮੈਨੂੰ 2 ਵਾਰ ਮਾਰਸ਼ਲ ਨੇ, ਮੈਂ ਸਾਹਿਬ ਮਾਫੀ ਚਾਹੁੰਦਾ ਰੋਕ ਰਿਹਾ, ਮੈਨੂੰ ਐਤਕੀ ਵੀ ਲੱਗਦਾ ਸੀ, ਮੈਂ ਕਿਹਾ ਵੀ ਆਹ ਜਿਹੜਾ ਸਪੈਸ਼ਲ ਸੈਸ਼ਨ ਹੈ ਸਭ ਤੋਂ ਪਹਿਲਾਂ ਬੈਂਸ ਸਾਹਿਬ ਨੂੰ ਚੁੱਕ ਕੇ ਲਿਆਉਣਗੇ ਬਾਹਰ, ਪਰ ਪਤਾ ਨਹੀਂ ਐਤਕੀ ਨਹੀਂ ਤੁਹਾਡਾ ਦਾ ਲੱਗਾ। ਨਹੀਂ, ਉਹ ਐਤਕੀ ਕਿਵੇਂ ਚੱਲ ਗਿਆ? ਦੇਖੋ, ਮੈਂ ਇਹ ਕਹੂੰਗਾ ਵੀ ਜਿਹੜਾ ਚੰਗਾ ਕੰਮ ਹੈ ਨਾ, ਮੈਂ ਵਿਰੋਧ ਦੇ ਵਿੱਚ ਆ, ਵਿਰੋਧ ਵਾਸਤੇ ਵਿਰੋਧ ਕਰਾਂ, ਫਿਰ ਉਹ ਮੇਰਾ ਅਪੋਜੀਸ਼ਨ ਧਰਮ ਨਹੀਂ ਹੈਗਾ ਜੀ। ਜਿੱਥੇ ਚੰਗਾ ਕੀਤਾ ਸੱਤਾ ਪੱਖ ਨੇ ਕੰਮ, ਉੱਥੇ ਫਿਰ ਤੁਸੀਂ ਠੋਕ ਕੇ ਸਾਥ ਵੀ ਦਿਓ ਵੀ ਇਹ ਠੀਕ ਹੈ ਵੀ ਤੁਹਾਡੀ ਗੱਲ। ਜਿੱਥੇ ਤੁਸੀਂ ਗਲਤ ਹੈ ਉੱਥੇ ਪਹਿਰਾ ਲਾਓ। ਅਪੋਜੀਸ਼ਨ ਪੋਜੀਸ਼ਨ ਦਾ ਪਰਛਾਵਾਂ ਹੈਗਾ। ਅਪੋਜੀਸ਼ਨ ਦੀ ਜ਼ਿੰਮੇਵਾਰੀ ਬਹੁਤ ਵੱਡੀ ਆ, ਪੋਜੀਸ਼ਨ ਨਾਲੋਂ ਵੱਡੀ ਜ਼ਿੰਮੇਵਾਰੀ ਲੋਕਾਂ ਨੇ ਸਾਨੂੰ ਲਾਈ ਹੈ। ਸਾਨੂੰ ਨਹੀਂ ਸੱਤਾ ਦਿੱਤੀ। 16 ਨਵੰਬਰ 2016 ਨੂੰ ਮੈਂ ਇੱਕ ਪ੍ਰਾਈਵੇਟ ਬਿੱਲ ਤਿਆਰ ਕੀਤਾ ਜੀ। ਹੋ ਸਕਦਾ ਜਦੋਂ ਮੈਂ ਸਕੂਲ ਕਾਲਜ ਗਿਆ ਤੇ ਉਨੀ ਮੈਂ ਹਾਰਡ ਵਰਕ, ਇੰਨੀ ਪੜ੍ਹਾਈ ਟਾਈਮ ਨਾ ਦਿੱਤਾ ਹੋਵੇ ਜਿੰਨਾ ਮੈਂ ਰਿਪੇਰੀਅਨ ਪੂਰੀ ਦੁਨੀਆ ਦੇ ਵਿੱਚ ਪਾਣੀਆਂ ਦੇ ਝਗੜਿਆਂ ਦੇ ਫੈਸਲੇ ਕੀ ਹੋਏ ਜੀ। ਦੇਸ਼ ਅੰਦਰ ਝਗੜਾ ਹੋਇਆ ਸੂਬੇ ਦਾ ਸੂਬੇ ਨਾਲ, ਉਹਦਾ ਫੈਸਲਾ ਕੀ, ਮੈਂ ਕੌਨਫੀਡੈਂਟ ਹੋ ਗਿਆ ਤੇ ਮੈਂ ਪ੍ਰਾਈਵੇਟ ਬਿੱਲ ਮੂਵ ਕੀਤਾ। ਟਵਾਲ ਸਾਹਿਬ ਸਪੀਕਰ ਹੁੰਦੇ ਸੀ 2012 ਤੋਂ 15 ਦੀ ਅਸੈਂਬਲੀ ਦੇ, 2012 ਤੋਂ 17 ਦੀ ਅਸੈਂਬਲੀ ਦੇ ਵਿੱਚ ਜੀ। ਔਰ ਮੈਨੂੰ 2 ਵਾਰ ਮਾਰਸ਼ਲਾਂ ਦੇ ਹੱਥੋਂ, ਪੰਜਾਬੀ ਦੀ ਕਹਾਵਤ ਵੀ ਕਿਸੇ ਦਾ ਮਨੋਬਲ ਤੋੜਨਾ ਹੋਵੇ, ਕੁੱਟੋ ਘੱਟ ਤੇ ਘੜੀਸੋ ਵੱਧ, ਮੇਰੇ ਕੱਪੜੇ ਪਾੜ ਦੇਣੇ, ਮੈਨੂੰ ਲਿਆ ਕੇ ਹਾਈ ਕੋਰਟ ਚੌਂਕ ਸਿੱਟਣਾ। ਜਦ ਕਿ ਜੇ ਕਿਸੇ ਮੈਂਬਰ ਨੂੰ ਸਪੀਕਰ ਬਾਹਰ ਜਾਣ ਦਾ ਤੇ ਉਹ ਮਾਰਸ਼ਲ ਆਉਂਦੇ ਆ, ਫੜ ਕੇ ਅਸੈਂਬਲੀ ਹਾਲ ਦੇ ਦਰਵਾਜ਼ੇ ਤੇ ਛੱਡੇ ਆਉਂਦੇ ਆ, ਮੈਨੂੰ ਉੱਥੇ ਸੁੱਟ ਕੇ ਆਉਣਾ ਇਹਨਾਂ ਨੇ। ਗੁਰੂ ਦੀ ਕਿਰਪਾ, ਪੰਜਾਬੀਆਂ ਦੀਆਂ ਦੁਆਵਾਂ, ਹੱਲਾਸ਼ੇਰੀਆਂ ਉਸ ਗੱਲ ਤੇ ਅੜੇ ਰਹੇ ਤੇ ਸਰਕਾਰ ਦੇ ਗਲੇ ਦੀ ਹੱਡੀ ਬਣ ਗਿਆ। ਸਰਕਾਰੀ ਮਤੇ ਦੇ ਰੂਪ 'ਚ ਆਇਆ ਹੈ ਜੀ। ਮੇਰਾ ਪ੍ਰਾਈਵੇਟ ਬਿੱਲ ਜੈਰੋਕਸ ਕਾਪੀ ਗਵਰਨਮੈਂਟ ਨੇ ਕਰਕੇ ਉਹਨੂੰ ਆਪ ਲੈ ਕੇ ਆਏ, ਪਾਸ ਹੋ ਗਿਆ। ਮੈਂ ਉਦੋਂ ਮੇਰਾ ਖਿਆਲ 27-28 ਮਿੰਟ ਦੇ ਕਰੀਬ ਅਸੈਂਬਲੀ 'ਚ ਬੋਲਿਆ, ਬਾਦਲ ਸਾਹਿਬ ਮੈਨੂੰ ਕੁੱਟ ਭੁੱਲ ਗਈ ਅੱਜ ਸਾਰੀ, ਕੱਪੜੇ ਫਟੇ ਹੋਏ ਮੇਰੇ ਭੁੱਲ ਗਏ ਅੱਜ ਸਾਰੇ। ਅੱਜ ਤੁਸੀਂ ਬਹੁਤ ਵੱਡਾ ਇਤਿਹਾਸਕ ਦਿਨ ਹੈਗਾ, ਤੁਸੀਂ ਪਾਣੀਆਂ ਦੀ ਕੀਮਤ ਵਸੂਲੀ ਦੀ ਗੱਲ ਕੀਤੀ ਹੈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਅਸੈਂਬਲੀ ਦੇ ਅੰਦਰ ਜੀ ਪਾਸ ਹੋ ਗਿਆ। ਮੈਂ ਉੱਥੇ ਸਨਿਮਰ ਬੇਨਤੀ ਕੀਤੀ ਹਾਂ, ਮੁੱਖ ਮੰਤਰੀ ਸਾਹਿਬ ਕਿਰਪਾ ਕਰਕੇ ਹੁਣ ਬਿੱਲ ਬਣਾ ਕੇ ਭੇਜ ਦਿਓ। ਇਹ ਬਿੱਲ ਜਿਹੜਾ ਮੈਂ ਬਣਾ ਕੇ ਦਿੱਤਾ 15,34,400 ਕਰੋੜ ਔਨ ਬੇਸਿਸ ਆਫ ਪਾਵਰ ਐਂਡ ਵਾਟਰ ਕਮਿਸ਼ਨ ਆਫ ਇੰਡੀਆ, ਨਹਿਰੀ ਪਾਣੀ ਦੀ ਕੀਮਤ ਆਂਕਦੀ ਆ ਜੀ, ਵਾਟਰ ਐਂਡ ਪਾਵਰ ਕਮਿਸ਼ਨ ਆਫ ਇੰਡੀਆ। ਮੈਂ ਉਹਦੇ ਆਧਾਰ ਤੇ ਬਣਾ ਕੇ ਲਿਆ ਵੀ ਇੰਨੇ ਪੈਸੇ ਅਸੀਂ ਲੈਣੇ ਆ ਇਕੱਲੇ ਰਾਜਸਥਾਨ ਤੋਂ, ਦਿੱਲੀ ਐਂਡ ਹਰਿਆਣਾ ਅਲੱਗ ਹੈਗੇ ਆ ਜੀ। ਫਿਰ 2017 'ਚ ਸਾਡਾ ਆਮ ਆਦਮੀ ਪਾਰਟੀ ਦੇ ਨਾਲ ਅਲਾਇੰਸ ਹੋਇਆ। ਕੇਜਰੀਵਾਲ ਸਾਹਿਬ ਕੋਲੇ ਸਾਡੀ ਪਹਿਲੀ ਸ਼ਰਤ ਸੀ ਵੀ ਤੁਸੀਂ ਪਾਣੀ ਦੀ ਕੀਮਤ ਭੇਜੋਗੇ। 10 ਮੋਟਰਾਂ ਜਿੰਨਾ ਪਾਣੀ ਜਾਂਦਾ 0.2 MF, ਬਹੁਤ ਥੋੜਾ ਪਾਣੀ ਜਾਂਦਾ ਦਿੱਲੀ ਜਿਹੜਾ ਸਾਡੇ ਹਿੱਸੇ ਦਾ ਵਰਤ ਰਹੀ ਹੈ ਜੀ। ਉਹ ਮੰਨ ਗਿਆ, ਕਹਿੰਦਾ ਜੀ ਬਿਲਕੁਲ ਮੈਂ ਪਾਣੀ ਭੇਜੂੰਗਾ। ਲੁਧਿਆਣੇ 'ਚ ਇੱਕ ਵੱਡੀ ਰੈਲੀ ਦੌਰਾਨ ਪੱਤਰਕਾਰ ਦੋਸਤਾਂ ਨੇ ਸਵਾਲ ਕੀਤਾ ਵੀ ਬੈਂਸ ਨੇ ਤਾਂ ਕੁੱਟ ਬੜੀ ਖਾਧੀ ਆ, ਪਾਣੀਆਂ ਦੀ ਕੀਮਤ ਵਸੂਲੀ, ਵੀ ਤੁਸੀਂ ਦਿਓਗੇ ਪਾਣੀ ਦੀ ਕੀਮਤ? ਉਹ ਕਹਿੰਦਾ ਮੈਂ ਦਊਂਗਾ। ਮੈਂ ਇਲੈਕਸ਼ਨ ਦੇ ਰਿਜ਼ਲਟ ਤੋਂ ਬਾਅਦ ਸਰਕਾਰ ਨਹੀਂ ਬਣੀ ਆਮ ਆਦਮੀ ਪਾਰਟੀ ਦੀ, ਮੈਂ ਕੇਜਰੀਵਾਲ ਸਾਹਿਬ ਕੋਲੇ ਸਿਰਫ ਇਸ ਕੰਮ ਵਾਸਤੇ, ਹੋਰ ਕੋਈ ਕੰਮ ਨਹੀਂ, ਦਿੱਲੀ ਵੀ ਭੇਜ ਦਿਓ ਕੀਮਤ, ਤਾਂ ਕਿ ਅਸੀਂ ਰਾਜਸਥਾਨ ਬੜਾ ਪੱਖ ਸਾਡਾ ਬੜਾ ਮਜ਼ਬੂਤ ਹੁੰਦਾ, ਜਿਹਦੇ ਕੋਲ ਅਸੀਂ 16 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਲੈਣਾ ਜੀ। ਜੇ ਤੁਸੀਂ, ਤੁਹਾਡੇ ਵੱਲ ਬਹੁਤ ਥੋੜੇ ਪੈਸੇ ਆ,
ਕੇਜਰੀਵਾਲ ਸਾਹਿਬ ਨੇ ਹਿਮਾਚਲ ਨੂੰ, ਜਮਨਾ ਦੇ ਹਿੱਸੇ ਦਾ ਪਾਣੀ ਦਿੱਲੀ ਵਰਤ ਰਹੀ ਆ, ਹਿਮਾਚਲ ਦਾ ਪਾਣੀ ਜੀ ਜੀ ਜਮਨਾ ਦੇ ਵਿੱਚ ਜਿਹੜਾ ਉਹਦਾ ਸ਼ੇਅਰ ਆ ਹਿਮਾਚਲ ਦਾ, 7-8 ਮਹੀਨੇ ਪਹਿਲਾਂ 21 ਕਰੋੜ ਦਾ ਇੱਕ ਇਕਰਾਰਨਾਮਾ ਕੀਤਾ, ਦੇਸ਼ ਦਾ ਪਹਿਲਾ ਇਕਰਾਰਨਾਮਾ ਪਾਣੀ ਵੇਚਣ ਦਾ ਦਿੱਲੀ ਤੇ ਹਿਮਾਚਲ ਦਾ। ਦਿੱਲੀ ਗਵਰਨਮੈਂਟ ਨੇ ਹਿਮਾਚਲ ਨੂੰ ਪੇ ਕੀਤਾ 21 ਕਰੋੜ ਪ੍ਰਤੀ ਸਾਲ ਜੀ। ਹੁਣ ਪੰਜਾਬ ਦੇ ਲੋਕਾਂ ਨੇ ਕੀ ਕੇਜਰੀਵਾਲ ਦਾ ਮਾੜਾ ਕੀਤਾ? ਲੋਕ ਸਭਾ ਦੇ ਵਿੱਚ ਖਾਤਾ ਕੌਣ ਖੋਲਦਾ? ਪੰਜਾਬ ਦੇ ਲੋਕ 2014 ਦੇ ਅੰਦਰ ਜੀ। ਕੱਲਾ ਤਨੋ ਮਨੋ ਨਹੀਂ, ਧਨੋਂ ਵੀ ਕੇਜਰੀਵਾਲ ਸਾਹਿਬ ਦੀ ਪਾਰਟੀ ਨੂੰ ਖੜਾ ਕਰਨ ਵਾਸਤੇ ਜਿੰਨਾ ਸੈਕਰੀਫਾਈਸ ਪੰਜਾਬ ਦੇ ਲੋਕਾਂ ਦਾ, ਖਾਸ ਕਰਕੇ NRI ਦਾ ਜੀ, ਯਾਰ ਅਸੀਂ ਮਾੜਾ ਕੀਤਾ ਕੁਛ? ਤੁਸੀਂ ਜੇ ਸਾਨੂੰ ਪਾਣੀ ਦੀ ਕੀਮਤ ਭੇਜਦੇ ਹੋ, ਪਰ ਉਹ ਦਿੱਲੀ ਵਾਲੇ ਆ, ਇਮਾਨਦਾਰ ਆ, ਪਰ ਇਮਾਨਦਾਰੀ ਦਾ ਦਾਇਰਾ ਦਿੱਲੀ ਤੱਕ ਸੀਮਤ ਆ, ਪੰਜਾਬ ਤੱਕ ਨਹੀਂ ਜੀ। ਇੱਥੇ ਆ ਕੇ ਮਜੀਠੀਏ ਨੂੰ ਵੀ ਕਲੀਨ ਚਿੱਟਿਆ ਵੀ ਇਹਨੇ ਨਹੀਂ ਚਿੱਟਾ ਵੇਚਿਆ, ਉਹ ਕਿਸੇ ਉਹਦਾ ਗਲਾਵਾਂ ਫੜ ਕੇ ਕਹਿੰਦੇ ਸੀ ਜੇਲ੍ਹ ਮੇਂ ਡਾਲ ਦੇਂਗੇ, ਇੱਕ ਵਾਰ ਨਹੀਂ 100 ਵਾਰ ਬੋਲेंगे, ਪੋਸਟਰ ਲੱਗਦੇ ਆ ਸਾਰੇ ਪੰਜਾਬ 'ਚ। ਐਂਡ ਸਾਡੀ ਵੋਲਵੋ ਰੋਡਵੇਜ ਦੀ ਏਅਰਪੋਰਟ ਜਾਂਦੀ ਆ, ਉਹ ਲੈਂਦੀ ਸੀ 400 ਰੁਪਈਆ ਕਿਰਾਇਆ ਜੀ, ਉਹ ਬੰਦ ਕਿਹਨੇ ਕੀਤੀ? ਐਂਡ ਬਾਦਲਾਂ ਦੀ ਇੰਡੋ ਕੈਨੇਡੀਅਨ ਚੱਲਦੀ ਆ, ਜਾਂਦੀ ਏਅਰਪੋਰਟ ਦਾ ਕੋਈ 32-3500 ਰੁਪਈਆ ਲੈਂਦੀ ਆ। ਇਸ ਕਰਕੇ ਅਸੀਂ 16 ਨਵੰਬਰ ਚੁਣਿਆ ਦਿਨ ਜੀ ਵੀ ਉਹ ਇਤਿਹਾਸਕ ਦਿਨ ਹੈਗਾ। ਤੇ ਇੱਕ ਤੁਹਾਡੀ ਗੱਲ ਵਿੱਚ ਛੱਡ ਗਏ, ਜੇ ਦਿੱਲੀ ਵਾਲੇ ਹਿਮਾਚਲ ਨੂੰ ਦੇ ਸਕਦੇ ਪੈਸੇ ਤੇ ਫਿਰ ਤੁਹਾਨੂੰ ਮੁੱਕਰ ਗਏ, ਨਹੀਂ ਦੇਣੇ ਕਹਿੰਦੇ? ਹੁਣ ਇਹ ਕਿਸੇ ਦਿਨ ਜਿੱਦਣ ਤੁਹਾਡੇ ਕੋਲੇ ਕੋਈ ਆਮ ਆਦਮੀ ਪਾਰਟੀ ਵਾਲਾ ਕਾਬੂ ਆ ਗਿਆ ਉਹਨੂੰ ਪੁੱਛ ਲਿਓ। ਤੇ ਮੈਂ ਤਾਂ ਹੀ ਪੁੱਛਿਆ ਵੀ ਤੁਸੀਂ ਦੱਸ। ਮੈਂ ਦੱਸਣ ਲੱਗਿਆ ਅਸੈਂਬਲੀ ਦੇ ਅੰਦਰ ਇਸ ਵਾਰ ਰਾਜ ਅਧਿਕਾਰਾਂ ਦੀ ਗੱਲ ਕਰਦੇ ਹੋਏ ਮੈਂ ਕੈਪਟਨ ਸਾਹਿਬ ਨੂੰ ਕਿਹਾ ਵੀ ਕੈਪਟਨ ਸਾਹਿਬ ਤੁਹਾਡਾ ਦਾਦਾ ਵੀ ਪਾਣੀ ਵੇਚਦਾ ਰਿਹਾ ਬ੍ਰਿਟਿਸ਼ ਗਵਰਨਮੈਂਟ ਨੂੰ, ਅੰਬਾਲੇ ਤੱਕ ਇੱਕ ਨਾਭਾ ਜੀਂਦ ਰਿਆਸਤਾਂ ਤੋਂ ਉਹ ਨਾਲਾ ਪੱਟ ਕੇ ਲਗਾਏ ਡਰਿੰਕਿੰਗ ਵਾਟਰ ਜੀ, ਤੇ ਇਹਦੇ ਦਾਦਾ ਜੀ ਨੂੰ ਪੈਸੇ ਤਾਰ ਕੇ ਪਾਣੀ ਦੇ। ਮਹਾਰਾਜਾ ਗੰਗਾ ਸਿੰਘ ਗੰਗ ਕਨਾਲ ਦੇ ਜ਼ਰੀਏ ਬੀਕਾਨੇਰ ਰਿਆਸਤ ਨੂੰ ਪਾਣੀ ਲੈ ਕੇ ਗਏ, ਗੋਰਿਆਂ ਦੀ ਸਰਕਾਰ ਪੰਜਾਬ ਦੇ ਵਿੱਚ ਉਹਨੂੰ ਕੀਮਤ ਦੇ ਕੇ ਮੇਰੇ ਕੋਲੇ ਬਿੱਲ ਤੇ ਪੈਸੇ ਤਾਰਿਆਂ ਦੀਆਂ ਰਸੀਦਾਂ ਕੈਪਟਨ ਦੇ ਦਾਦਾ ਜੀ ਦੀਆਂ ਵੀ ਤੇ ਮਹਾਰਾਜਾ ਗੰਗਾ ਸਿੰਘ ਦੀਆਂ ਵੀ। ਮੈਂ ਕਿਹਾ ਜੀ ਆਹ ਬੈਠਿਆ ਆਮ ਆਦਮੀ ਪਾਰਟੀ ਵਾਲੇ, ਇਹਨਾਂ ਦਾ ਸਾਹਿਬ ਵੀ ਸਾਡੇ ਨਾਲ ਵਾਅਦਾ ਕਰ ਗਿਆ ਸੀ ਮੈਂ ਪਾਣੀ ਦੀ ਕੀਮਤ ਭੇਜੂੰਗਾ। LOP ਚੀਮਾ ਸਾਹਿਬ ਉੱਠ ਕੇ ਖੜੇ ਹੋਏ, ਕਹਿੰਦੇ ਕਦੋਂ ਵਾਅਦਾ ਕਰ ਗਿਆ ਸੀ, ਕਦੋਂ ਵਾਅਦਾ ਕਰ ਗਿਆ ਸੀ, ਜਦ ਕਿ ਚਾਹੀਦਾ ਸੀ ਵੀ ਅਸੀਂ ਜਾਣਦੇ ਹਾਂ, ਅਸੀਂ ਕਹਿੰਦੇ ਹਾਂ ਵੀ ਪਾਣੀ ਦੀ ਕੀਮਤ ਭੇਜੋ, ਮੁੱਕਰ ਗਏ। ਆਮ ਆਦਮੀ ਪਾਰਟੀ ਜੇ ਪੰਜਾਬ ਇਕਾਈ ਜਿਹੜੀ ਹੈ, ਜੇ ਉਹ ਪੰਜਾਬ ਦੇ ਪਾਣੀ ਦੀ ਕੀਮਤ ਵਾਸਤੇ ਨੈਗੇਟਿਵ ਆ, ਤੁਸੀਂ ਸਮਝ ਸਕਦੇ ਆ ਕਿ ਕੇਜਰੀਵਾਲ ਸਾਹਿਬ ਇਮਾਨਦਾਰ ਹੈ, ਉਹਦੀ ਇਮਾਨਦਾਰੀ ਦੀ ਸ਼ੱਕ ਨਹੀਂ, ਪਰ ਦਾਇਰਾ ਦਿੱਲੀ ਆ, ਪੰਜਾਬ ਵਾਸਤੇ ਨਹੀਂ। ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਰਿਮੋਟ ਕੰਟਰੋਲ ਜਿਨ੍ਹਾਂ ਦੇ ਦਿੱਲੀ ਆ, ਪੰਜਾਬ ਵਾਸਤੇ ਉਹ ਅਸੀਂ ਇਸੇ ਕਰਕੇ ਜਿਹੜਾ 16 ਤਰੀਕ ਵਰ੍ਹੇਗੰਢ ਹੈਗੀ ਆ ਜੀ, ਇਹਨਾਂ ਨੂੰ ਯਾਦ ਕਰਾਉਣ ਲਈ ਵੀ ਜਾਂ ਕੀਮਤ ਤੇ ਜਾਂ ਪਾਣੀ ਬੰਦ, ਮੋਦੀ ਦੇ ਹੰਕਾਰ ਨੂੰ ਚੈਲੰਜ ਦਿਓ ਵੀ ਅਸੀਂ ਪਾਣੀ ਫ੍ਰੀ 'ਚ ਦੇ ਰਹੇ ਹਾਂ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਰਾਜਸਥਾਨ ਜਿਹੜਾ ਰੱਕੜ ਸੀ, ਉੱਥੇ ਜਾ ਕੇ ਦੇਖੋ ਕਿੱਦਾਂ ਲਹਿਰ ਲਹਿਰਾਉਂਦਾ ਹਰੇਵਾਈ ਆ ਕੰਮ, ਤੇ ਅਸੀਂ ਘਰੋਂ ਘਰ ਗਵਾਇਆ ਤੇ ਬਾਹਰੋਂ ਭੜੂਆ ਖਵਾਇਆ। 25,000 ਕਰੋੜ ਰੁਪਈਆ ਤਕਰੀਬਨ ਲਗਭਗ ਸਾਡਾ ਖਰਚਾ 1 ਸਾਲ ਦਾ ਜੀ, ਜ਼ਮੀਨ 'ਚੋਂ ਪਾਣੀ ਕੱਢਣ ਦਾ, ਡੀਜ਼ਲ, ਬਿਜਲੀ, ਮੇਨਟੇਨੈਂਸ ਟਿਊਬਲਾਂ ਦੀ, ਨਵੇਂ ਟਿਊਬਲ, ਯੂਰੀਆ, ਡਾਇਆ। ਨਾਲੇ ਤਾਂ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਵਾਸਤੇ ਕੰਡੇ ਬੀਜਣ ਲੱਗ ਗਏ। ਸਾਡਾ ਪਾਣੀ ਤਾਂ ਕਿੰਨੇ ਜ਼ੋਨ ਜਿਹੜੇ ਡਾਰਕ ਹੋ ਗਏ, ਜ਼ਹਿਰੀਲਾ ਪਾਣੀ ਹੋ ਗਿਆ ਥੱਲੇ, ਤੇ ਨਾਲੇ ਅਸੀਂ ਜਿਹੜਾ ਆਪਣਾ ਪਾਣੀ ਉਹ ਮੁਫਤ ਦੇ ਵਿੱਚ ਇਹਨਾਂ ਰਾਜਾਂ ਨੂੰ 25,000 ਕਰੋੜ ਸਾਲਾਨਾ, ਜੇ ਅਸੀਂ ਇਹਨਾਂ ਨੂੰ ਪਾਣੀ ਨਾ ਦਈਏ, ਕੋਈ 18,000 ਕਰੋੜ ਰੁਪਈਆ ਸਾਲਾਨਾ ਅਸੀਂ ਪਾਣੀ ਦੇ ਰਹੇ ਇਹਨਾਂ ਨੂੰ ਫ੍ਰੀ ਦੇ ਵਿੱਚ, ਅਸੀਂ ਉਹ ਵਰਤੀਏ। ਪੰਜਾਬ ਸਾਡਾ ਕਰਜ਼ਾ ਲੈਂਦਾ 1 ਲੱਖ ਕਰੋੜ ਕਿਸਾਨ ਕਰਜਾਈ ਆ, 3 ਲੱਖ ਕਰੋੜ ਦੀ ਸਾਡੀ ਸਰਕਾਰੀ ਖਜ਼ਾਨਾ ਕਰਜਾਈ ਆ, 16 ਲੱਖ ਕਰੋੜ ਇਕੱਲੇ ਰਾਜਸਥਾਨ ਵਾਲੇ ਪਾਸੇ ਆ। ਸੋ ਇਸ ਕਰਕੇ ਅਸੀਂ ਇਹ ਯਾਤਰਾ 700 ਕਿਲੋਮੀਟਰ ਲੰਬੀ ਆ, ਔਰ 3 ਰਾਤਾਂ ਤੇ 4 ਦਿਨ ਅਸੀਂ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਅਸੀਂ ਵਾਚਮੈਨ ਆ। ਮੈਂ ਇਸ ਗੱਲੋਂ ਵੀ ਕੈਪਟਨ ਸਾਹਿਬ ਦਾ ਧੰਨਵਾਦੀ ਹਾਂ। ਉੱਥੇ ਜਾ ਕੇ ਉਹਨਾਂ ਨੇ ਰਾਜਪਾਲ ਨੂੰ ਕਿਹਾ ਵੀ ਇਹ ਬੈਂਸ ਲੋਕ ਇਨਸਾਫ ਪਾਰਟੀ ਦਾ, ਤੇ ਇਹਨੇ ਸਾਈਕਲ ਯਾਤਰਾ ਕੀਤੀ ਸਭ ਤੋਂ ਪਹਿਲਾਂ ਸੂਬੇ ਅੰਦਰ ਲੋਕਾਂ ਨੂੰ ਜਾਗਰੂਕ ਕਰਨ ਲਈ ਖੇਤੀ ਸੁਧਾਰ ਆਰਡੀਨੈਂਸਾਂ ਦੇ ਵਰਖਲਾ। ਅਸੀਂ ਵਾਚਮੈਨ ਆ, ਚੌਕੀਦਾਰ ਆ, ਅਸੀਂ ਹੋਕਾ ਲਾ ਕੇ ਆਵਾਂਗੇ ਐਂਡ ਲੋਕ ਜਾਗਰੂਕ ਹੁੰਦੇ ਆ, ਤੇ ਫਿਰ ਕੈਪਟਨ ਹੋਵੇ ਤੇ ਚਾਹੇ ਬਾਦਲ ਹੋਵੇ, ਉਹ ਲੋਕਾਂ ਤੋਂ ਉੱਤੇ ਕੋਈ ਨਹੀਂ ਹੈਗਾ। ਸੋ ਸਾਡਾ ਜਿਹੜਾ ਇਹ ਪ੍ਰੋਗਰਾਮ ਆ, ਇਹ ਪੰਜਾਬ ਦੇ ਸੰਵਿਧਾਨਕ ਅਧਿਕਾਰਾਂ ਦੇ ਉੱਤੇ ਜਿਹੜਾ ਕੇਂਦਰ ਦਾ ਪਹਾੜਾ ਨਾ, ਚਾਹੇ ਉਹ ਪਾਣੀਆਂ ਦਾ ਤੇ ਚਾਹੇ ਉਹ ਖੇਤੀ ਸੁਧਾਰ ਕਾਨੂੰਨ ਦਾ, ਉਹਦੇ ਲਈ ਲੋਕਾਂ ਨੂੰ ਲਾਮਬੰਦੀ ਵਾਸਤੇ ਆ। ਅੱਛਾ ਬੈਂਸ ਸਾਹਿਬ, ਆਪਾਂ ਹੁਣ ਪੰਜਾਬ ਦੀ ਜਿਹੜੀ ਹੁਣ ਇਸ ਵਕਤ ਹਰੇਕ ਪਾਰਟੀ ਦੀ ਤਿਆਰੀ 2022 ਦੀ ਆ, ਉਹ ਜਦੋਂ ਗੱਲ ਚੱਲਦੀ ਆ ਸਾਰੀਆਂ ਪਾਰਟੀਆਂ ਦੀ ਗੱਲ ਕਰਨਗੇ, ਵਿੱਚ ਨਾਲ ਨਾਮ ਸਿਮਰਜੀਤ ਬੈਂਸ ਦਾ ਰੱਖ ਲੈਂਦੇ ਆ।
ਬੜਾ ਲੋਕਾਂ ਨੂੰ ਆਸ ਉਮੀਦ ਹੈ। ਫਿਰ ਉਹਦੇ ਨਾਲ 5-4 ਨਾਂ ਹੋਰ ਜੋੜ ਲੈਂਦੇ ਆ। ਉਹ ਨਾਂ ਜੁੜੇ ਵੀ ਸੀਗੇ, ਜੇ ਮੈਂ ਯਾਦ ਕਰਾਵਾਂ ਤੁਹਾਨੂੰ 2019 ਜਿਹੜਾ PDA ਬਣਾਇਆ ਸੀ ਆਪਾਂ, ਅਲਾਇੰਸ ਬਣਾਇਆ ਸੀ, ਉਹਦੇ 'ਚ ਆਪ ਚਲੋ ਬਾਹਰ ਰਹਿ ਗਈ, ਬਾਕੀ ਸਾਰੇ ਬੰਦੇ ਜੁੜੇ। ਪਰ ਜਦੋਂ ਗਾਂ ਜ਼ਿਮਨੀ ਚੋਣਾਂ ਪੰਜਾਬ ਦੀਆਂ ਆਈਆਂ ਉਦੋਂ ਫੇਰ ਟੁੱਟ ਗਿਆ ਉਹ ਅਲਾਇੰਸ ਜਿਹੜਾ ਕਿ ਲੋਕ ਚਾਹੁੰਦੇ ਇੱਕ ਤੀਜਾ ਬਦਲ, ਉਹ ਬਣਦਾ ਕਿਉਂ ਨਹੀਂ? ਇਕੱਠੇ ਹੋਣ 'ਚ ਕੀ ਮੁਸ਼ਕਲ ਆਉਂਦੀ ਹੈ? ਆਵਾਜ਼ੇ ਖਲਕ ਨਗਾੜਾ ਹੈ ਖੁਦਾ, ਲੋਕਾਂ ਦੀ ਆਵਾਜ਼ ਤੋਂ ਉੱਤੇ ਕੋਈ ਪਾਰਟੀ ਕੋਈ ਲੀਡਰ ਨਹੀਂ ਹੈਗਾ ਜੀ। ਤੁਹਾਡੀ ਗੱਲ ਸਹੀ ਆ। ਸਾਰੀ ਦੁਨੀਆ 'ਚ ਵਸਦੇ ਪੰਜਾਬੀ ਚਾਹੁੰਦੇ ਆ ਕਿ ਤੁਸੀਂ ਯਾਰ ਇਕੱਠੇ ਹੋ ਜਾਓ। ਜਿਹੜੇ ਚੰਦ ਲੋਕ ਹੈਗੇ ਆ, ਤੁਸੀਂ ਪੰਜਾਬ ਲਈ ਚੰਗਾ ਸੰਘਰਸ਼ ਲੜਦੇ ਹੋ, ਐਟਲੀਸਟ ਤੁਸੀਂ ਤਾਂ ਇੱਕ ਪਲੇਟਫਾਰਮ 'ਤੇ ਆ ਜਾਓ। ਮੈਨੂੰ ਯਾਦ ਹੈ ਮੈਂ ਖਹਿਰਾ ਸਾਹਿਬ ਨੂੰ 2019 ਜਦੋਂ PDA ਦੀ ਸਾਡੀ ਤੋਰਾ ਤੁਰਿਆ, ਮੈਂ ਇਹਨਾਂ ਨੂੰ ਬੜਾ ਕਿਹਾ ਵੀ ਤੁਸੀਂ ਪਾਰਟੀ ਨਾ ਬਣਾਓ ਜੀ। ਹੁਣ ਖਹਿਰਾ ਸਾਹਿਬ ਦੀ ਸਟੇਟਮੈਂਟ ਆਉਂਦੀ ਹੈ ਵੀ ਮੈਂ ਕਤਾਰ ਦੇ ਸਭ ਤੋਂ ਅਖੀਰ 'ਚ ਖੜੂੰਗਾ। ਮੈਂ ਇਹਨਾਂ ਨੂੰ ਕਤਾਰ ਦੇ ਸਭ ਤੋਂ ਪਹਿਲਾਂ ਖੜਾਉਂਦਾ ਸੀ ਵੀ ਪਾਰਟੀਆਂ ਨਾ ਬਣਾਈਏ, ਆਪਾਂ ਇੱਕ ਨਿਸ਼ਾਨ, ਇੱਕ ਵਿਧਾਨ ਔਰ ਇੱਕ ਪ੍ਰਧਾਨ। ਮੈਂ ਬੜੇ ਯਤਨ ਕੀਤੇ, ਟਕਸਾਲੀ ਸਾਰੇ ਅਸੀਂ ਉਦੋਂ PDA ਦੇ ਬ੍ਰਹਮਪੁਰਾ ਸਾਹਿਬ ਵੀ ਕਿਸੇ ਨਾ ਕਿਸੇ ਤਰੀਕੇ ਯਾਰ ਅਸੀਂ ਇਕੱਠੇ ਹੋ ਜਾਈਏ, ਹਉਮੈ ਛੱਡ ਦਈਏ। ਹਜੇ ਤਾਂ ਸੰਘਰਸ਼ ਦੇ ਦਿਨ ਹੈਗੇ ਆ, ਪ੍ਰਾਪਤੀ ਨਹੀਂ। ਸੰਘਰਸ਼ ਲਈ ਇੱਕ ਪਲੇਟਫਾਰਮ ਬਣ ਜਾਵੇ। ਅਸੀਂ ਫਿਰ ਯਤਨਸ਼ੀਲ ਹਾਂ, ਹਾਲ ਛੱਡੀ ਨਹੀਂ ਹੈਗੀ ਅਸੀਂ। ਨਹੀਂ, ਪਰ ਉਹਦਾ ਮੁੱਲ ਤਾਂ ਚੁਕਾਉਣਾ ਪੈ ਗਿਆ ਨਾ ਜ਼ਿਮਨੀ ਚੋਣਾਂ 'ਚ। ਜਿਹੜਾ ਲੁਧਿਆਣੇ ਵਾਲੀ ਫਗਵਾੜੇ ਵਾਲੀ ਫਾਈਟ ਸੀ, ਲੋਕੀ ਵੀ ਉਦੋਂ, ਤੁਹਾਨੂੰ ਕਿਹੜਾ ਫੋਨ ਨਹੀਂ ਆਏ ਹੋਣਗੇ, ਗਾਲਾਂ ਦੇ ਵੀ ਫੋਨ ਆਏ, ਮੈਸੇਜ ਵੀ ਬੜੇ ਬੁਰੇ ਆਏ। ਮੈਂ ਫਿਰ ਕਹੂੰਗਾ ਵੀ ਮੇਰੇ 'ਚ ਕਿਹੜਾ ਗਲਤੀਆਂ ਨਹੀਂ ਹੈਗੀਆਂ। ਗਲਤੀਆਂ ਜਿਹਦੇ 'ਚ ਨਹੀਂ ਹੁੰਦੀਆਂ ਉਹਦਾ ਫਿਰ ਭਗਵਾਨ ਆ। ਗਲਤੀਆਂ ਮੇਰੇ ਕੋਲ ਵੀ ਹੋ ਜਾਂਦੀਆਂ, ਪਰ ਜਿਹੜਾ ਬੰਦਾ ਗਲਤੀ ਨੂੰ ਮੰਨੇ ਨਾ, ਚੁਸਤੀ ਜੇ ਲਵੇ, ਫਿਰ ਉਹ ਗੁਨਾਹਗਾਰ ਹੋ ਜਾਂਦਾ। ਮੈਂ ਕਹਿ ਦਿੰਦਾ ਵੀ ਗਲਤੀਆਂ ਹੋ ਗਈਆਂ ਯਾਰ, ਅੱਗੇ ਤੋਂ ਸੁਧਾਰ ਕਰਾਂਗੇ, ਵੀ ਇੱਥੇ ਆ ਮਾੜਾ ਐਕਸਪੀਰੀਅੰਸ ਹੈਗਾ। ਹਾਰਾਂ ਦੇ ਵਿੱਚੋਂ ਬੜਾ ਕੁਛ ਸਿੱਖਣ ਨੂੰ ਮਿਲਦਾ, ਜਿੱਤ ਕੇ ਨਹੀਂ ਕੁਛ ਵੀ ਮਿਲਦਾ ਜੀ। ਜਿੱਤਣ ਤੋਂ ਬਾਅਦ ਕੁਛ ਨਹੀਂ, ਹਾਰ ਦੇ ਵਿੱਚੋਂ ਬੰਦਾ ਬਹੁਤ ਕੁਝ ਸਿੱਖਦਾ। ਮੈਂ ਲੋਕ ਸਭਾ ਲੜੀ 2019, ਮੈਂ ਲੋਕਾਂ ਦਾ ਧੰਨਵਾਦੀ ਹਾਂ। ਪਹਿਲਾਂ 14 ਲੜੀ, ਫਿਰ 19 ਲੜੀ। ਇੱਕ ਯਾਰ ਕ੍ਰਾਂਤੀਕਾਰੀ ਬੰਦੇ ਨੂੰ ਦੇਸ਼ ਅੰਦਰ ਮੋਦੀ ਦੀ ਸੁਨਾਮੀ, ਪੰਜਾਬ ਦੇ ਵਿੱਚ ਉਹ ਸੁਨਾਮੀ ਦਾ ਕੇਂਦਰ ਬਿੰਦੂ ਲੁਧਿਆਣਾ ਲੋਕ ਸਭਾ ਜੀ। ਐਂਡ ਮੋਦੀ ਦੀ ਸੁਨਾਮੀ ਦੇ ਕੇਂਦਰ ਬਿੰਦੂ ਲੋਕ ਸਭਾ ਹਲਕਾ ਲੁਧਿਆਣਾ ਚੋਂ ਜਿਹੜਾ ਮੋਦੀ ਦਾ ਕੈਂਡੀਡੇਟ ਆ, ਉਹ ਲੋਕ 3 ਨੰਬਰ ਤੇ ਕ੍ਰਾਂਤੀਕਾਰੀ ਨੂੰ ਦੂਜੇ ਤੇ 3.25 ਲੱਖ ਵੋਟ ਜੀ। ਇਹ ਪ੍ਰਾਪਤੀ ਆ। ਬੜਾ ਕੁਝ ਸਿੱਖਣ ਨੂੰ ਮਿਲਦਾ। ਜਿੱਦਾਂ ਤੁਸੀਂ ਬਾਈ ਇਲੈਕਸ਼ਨ ਦੀ ਗੱਲ ਕੀਤੀ ਆ, ਗਲਤੀਆਂ ਹੋ ਜਾਂਦੀਆਂ ਸਾਡੇ ਕੋਲੋਂ ਵੀ, ਮੈਂ ਮੰਨ ਲੈਂਦਾ ਵੀ ਇੱਥੇ ਯਾਰ ਗਲਤੀ ਹੋ ਗਈ। ਫਿਰ ਅਸੀਂ ਯਤਨਸ਼ੀਲ ਹਾਂ ਕਿਤੇ ਪਾਰਟੀ ਇੱਕ ਬਣ ਜਾਵੇ ਨਾ। ਅਕਾਲੀ ਦਲ ਕਿਸੇ ਦੇ ਬਾਪ ਦੀ ਜਗੀਰ ਨਹੀਂ, ਉਹ ਸਾਡੇ ਪੁਰਖਿਆਂ ਦੀ, ਪੰਜਾਬੀਆਂ ਦੇ ਪੁਰਖਿਆਂ ਦੀ ਪਾਰਟੀ ਆ, ਜਿਹੜੀ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਆ ਜੀ। ਉਹ ਪੋਲੀਟੀਕਲ ਪਾਰਟੀ ਨਹੀਂ, ਇੱਕ ਮਹਾਨ ਸੰਸਥਾ। ਜਦੋਂ ਉਹਦਾ ਤੁਸੀਂ ਇਤਿਹਾਸ ਪੜ੍ਹੋ ਤਾਂ ਰੌਂਗਟੇ ਖੜੇ ਹੋ ਜਾਂਦੇ ਆ। ਚਾਹੇ ਦੇਸ਼ ਨੂੰ ਆਜ਼ਾਦ ਕਰਾਉਣ ਦੀ ਗੱਲ ਹੈ, ਤੇ ਚਾਹੇ ਮਸੰਦਾਂ ਨੂੰ ਗੁਰਦੁਆਰਿਆਂ ਚੋਂ ਕੱਢ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦੀ ਗੱਲ ਆ ਜੀ। ਉਹ ਤਾਂ ਅੱਜ ਇਹਨਾਂ ਬੇਈਮਾਨਾਂ ਦੇ, ਇਹ ਕਹਿ ਦਈਏ ਵੀ ਇੱਕ ਟੱਬਰ ਨੇ ਐਸਾ ਉਹਨੂੰ ਡੀਫੇਮ ਕਰ ਦਿੱਤਾ, ਮਹਾਨ ਸੰਸਥਾ ਨੂੰ। ਅੱਜ ਤੁਸੀਂ ਕਿਸੇ ਪਿੰਡ ਚਲੇ ਜਾਓ ਜੀ, ਜਿਹੜਾ ਅਕਾਲੀ ਦਲ ਦਾ ਸਪੋਰਟਰ ਹੋਊਗਾ ਨਾ, ਤੁਹਾਨੂੰ ਦੱਬੀ ਜ਼ਬਾਨ 'ਚ ਕਹੂਗਾ ਵੀ ਮੈਂ ਅਕਾਲੀ ਦਲ ਦਾ ਕੋਈ ਛੋਟਾ ਲੀਡਰ, ਵੱਡਾ ਲੀਡਰ, ਸਪੋਰਟਰ। ਉਹ ਨਹੀਂ ਕਹਿੰਦਾ, ਉਹ ਨਮੋਸ਼ੀ ਦੇ ਵਿੱਚ ਅੱਜ ਬਾਦਲਾਂ ਦੀਆਂ ਬੇਈਮਾਨੀਆਂ, ਮਾੜੀਆਂ ਕਰਤੂਤਾਂ, ਜਿਹੜੇ ਲੋਕਾਂ ਨੇ ਹੁਣ ਇਹ ਕਿਸਾਨ ਹਤੈਸ਼ੀ ਬਣਦੇ ਆ, ਆਰਡੀਨੈਂਸ ਦੇ ਉੱਤੇ ਇਹਨਾਂ ਦੀ ਸਤਿਕਾਰਯੋਗ ਭੈਣ ਸਾਈਨ ਕਰਕੇ ਆਉਂਦੀ ਆ, ਮੁੜ ਕੇ ਦੇਖਦੇ ਆ ਵੀ ਪੰਜਾਬ ਦੇ ਅੰਦਰ ਸੜਕਾਂ ਤੇ ਲੋਕ ਆ ਕੇ ਥੋਕੇ ਚੱਟ ਲੈਂਦੇ ਆ, ਅਸਤੀਫੇ ਤੇ ਆ ਜਾਂਦੇ ਆ। ਜਿਹੜੇ ਲੋਕਾਂ ਨੇ ਕੁਰਸੀ ਵਾਸਤੇ ਗੁਰੂ ਗ੍ਰੰਥ ਸਾਹਿਬ ਰੂੜੀਆਂ ਤੇ ਰੋਲ ਦਿੱਤਾ, ਜਿਹੜੇ ਗੁਰੂ ਦੇ ਨਹੀਂ ਬਣੇ, ਉਹ ਕਿਸਾਨ ਦੇ ਤੇ ਪੰਜਾਬ ਦੇ ਕਿੱਦਾਂ ਬਣ ਜਾਣਗੇ? ਅੱਜ ਵੇਲਾ ਉਹ ਜਿਹੜਾ ਅਕਾਲੀ ਦਲ ਦਾ ਸਪੋਰਟਰ ਆ, ਜਿਹੜਾ ਅੱਜ ਨਮੋਸ਼ੀ ਦੇ ਵਿੱਚ ਇਹਨਾਂ ਦੀਆਂ ਮਾੜੀਆਂ ਕਰਤੂਤਾਂ ਕਾਰਨ, ਅੱਜ ਉਹ ਦੇਖਦਾ ਵੀ ਕਿਤੇ 5-4 ਜਿਹੜਾ ਤੁਸੀਂ ਸਵਾਲ ਕੀਤਾ ਯਾਰ, ਇਹ ਇਕੱਠੇ ਹੋ ਜਾਣਾ ਨਾ ਕਿਸੇ ਤਰੀਕੇ, ਤੇ ਪੰਜਾਬ ਚੰਗਾ ਲੀਹ ਤੇ ਆ ਸਕਦਾ। ਇਹ ਕੁਛ ਨਹੀਂ ਹੈਗਾ ਜਿਹੜਾ ਸਾਡੇ ਤੇ ਕਰਜ਼ਾ। ਸਾਨੂੰ ਕੁਦਰਤ ਨੇ ਬੜਾ ਅਮੀਰ ਬਣਾਇਆ, ਸਾਨੂੰ ਕੁਦਰਤ ਨੇ ਬੜੀ ਅਮੀਰੀ ਦਿੱਤੀ ਹੈ। ਇਹ ਤਾਂ ਇਹਨਾਂ ਨੇ ਆਪਣੇ ਟੱਬਰਾਂ ਲਈ ਸਮਾਨ ਇਕੱਠਾ ਕਰਨ ਵਾਸਤੇ ਉਸ ਅਮੀਰੀ ਨੂੰ ਲਟਾ ਦਿੱਤਾ। ਬਿਲਕੁਲ ਸਹੀ। ਅੱਜ ਵੀ ਪੰਜਾਬ ਬੜਾ ਕੁਛ ਕਰ ਸਕਦਾ, ਬਸ਼ਰਤੇ ਕਿ ਪੰਜਾਬ ਨੂੰ ਚਲਾਉਣ ਵਾਲਾ ਮੁੱਖ ਮੰਤਰੀ ਖੁਦ ਇਮਾਨਦਾਰ ਹੋ ਜਾਵੇ, ਖੁਦ ਦ੍ਰਿੜ ਇੱਛਾ ਸ਼ਕਤੀ ਹੋ ਜਾਵੇ। ਹੁਣ 10 ਸਾਲ ਬਾਦਲ ਜੋ ਕਰਦੇ ਰਹੇ, ਰੇਤਾ, ਬਜਰੀ, ਟਰਾਂਸਪੋਰਟ, ਦੂਜੇ ਤੀਜੇ, ਨਸ਼ਾ ਮਾਫੀਆ, ਹੁਣ 4 ਸਾਲਾਂ ਤੋਂ ਕੈਪਟਨ ਸਾਹਿਬ। ਅੱਛਾ ਵੈਸੇ ਸਾਹਿਬ, ਇਹ ਤੋਂ ਮੈਨੂੰ ਯਾਦ ਆਇਆ, ਤੁਸੀਂ ਜਿਹੜਾ ਉਹ ਛਾਪਿਆਂ ਵਾਲਾ ਕੰਮ ਰੱਖਿਆ ਸੀ, ਕਦੀ ਜਿੱਥੇ ਰੇਤ ਬਜਰੀ ਨਿਕਲਦੀ ਉੱਥੇ ਛਾਪਾ ਮਾਰ ਲਿਆ, ਜਾਂ ਕੋਈ ਰਿਸ਼ਵਤ ਨਹੀਂ ਦਾ ਉੱਥੇ ਛਾਪਾ ਮਾਰ ਲਿਆ, ਉਹਦੇ ਨਾਲ ਦਹਿਸ਼ਤ ਜੀ ਤਾਂ ਬੜੀ ਪਈ ਸੀ, ਪਰ ਉਹ ਸਾਰਾ ਕੁਝ ਫਿਰ ਉਵੇਂ ਦਾ ਉਵੇਂ ਹੀ ਹੋ ਜਾਂਦਾ। ਇਹਦੇ ਪਿੱਛੇ ਕੀ ਕਾਰਨ ਹੈ? ਕਰੀਏ ਕੀ ਯਾਰ,
ਚਿੜੀ ਵਿਚਾਰੀ ਕੀ ਕਰੇ, ਠੰਡਾ ਪਾਣੀ ਪੀ ਮਰੇ। ਕਿੰਨੀ ਵਾਰੀ ਜੇਲ੍ਹ, ਬੜੀ ਵਾਰੀ ਮਤਲਬ ਮੇਰੇ ਤੇ 13 ਮੁਕੱਦਮੇ ਦਰਜ ਹੋਏ ਬਾਦਲਾਂ ਦੇ ਵੇਲੇ, ਝੂਠੇ FIR ਦਰਜ ਹੋਏ। ਐਂਡ ਕੈਪਟਨ ਅਮਰਿੰਦਰ ਸਿੰਘ ਦੇ ਵੇਲੇ ਵੀ ਮੇਰੇ ਖਿਆਲ 5-6 FIR ਹੋਣਗੇ। ਅੱਜ ਉਹ ਕਾਰਡ ਅੱਜ ਮੈਂ ਅੱਜ ਇਹ ਕਹੂੰਗਾ ਕਿ ਅੱਜ ਅਸੀਂ ਕਰਪਸ਼ਨ ਨੂੰ ਇਹ ਤਾਂ ਨਹੀਂ ਕਹਿ ਸਕਦੇ ਅਸੀਂ ਵੱਡੀ ਪੱਧਰ ਤੇ ਠੱਲ ਪਾਈ, ਪਰ ਬੇਈਮਾਨ ਬਿਊਰੋਕਰੇਸੀ ਦੇ ਤੇ ਬੇਈਮਾਨ ਜਿਹੜੇ ਪੋਲੀਟੀਸ਼ੀਅਨ ਆ ਉਹਨਾਂ ਦੇ ਮਨ ਦੇ ਵਿੱਚ ਅਸੀਂ ਇੱਕ ਡਰ ਦਾ ਸਵਾਲੀਆ ਨਿਸ਼ਾਨ ਬਾੜਨ 'ਚ ਸਫਲ ਹੋਏ ਆ। ਇਹ ਗੱਲ ਮੇਰਾ ਖਿਆਲ ਹੈ ਸਾਰੇ ਦੋਸਤ ਮੰਨਣਗੇ ਵੀ ਸਾਡੀ ਪਾਰਟੀ ਬੇਈਮਾਨਾਂ ਦੇ, ਕਰਪਟ ਲੋਕਾਂ ਦੇ ਮਨ ਅੰਦਰ ਇੱਕ ਡਰ ਦੀ ਭਾਵਨਾ ਜ਼ਰੂਰ ਪੈਦਾ ਕਰਦੀ ਹੈ। ਮੇਰੇ ਕੋਲੇ ਅੰਮ੍ਰਿਤਸਰ ਲਾਅ ਕਰਦੀ ਕੁੜੀ ਆ ਰਣਜੀਤ ਕੌਰ ਜੀ, ਐਂਡ ਕਹੋ ਤਾਂ ਕਿਸੇ ਵੱਡੀ ਪਾਰਟੀ ਦੇ ਵਿਧਾਇਕ ਨੂੰ ਵੀ ਉਹ ਕਦੇ ਕਿਸੇ ਥਾਣੇਦਾਰ ਜਾਂ ਕਿਸੇ ਸਿਪਾਹੀ ਦੇ ਵਰਖਲਾਫ ਲੋਕਾਂ ਲਈ ਤੁਰ ਪੈਣ, ਉਹ ਰੇਪ ਹੁੰਦਾ ਉਹਦੇ ਨਾਲ, IG ਰੇਪ ਕਰਦਾ। ਉਹ ਧੀ ਅੰਮ੍ਰਿਤਸਰ ਤੋਂ ਲੁਧਿਆਣੇ ਜਾਂਦੀ ਆ, ਰਾਹ ਦੇ ਵਿੱਚ ਕਿੰਨੇ MP MLA ਮਿਨਿਸਟਰ ਆ ਜੀ, ਉਹਦੀ ਮਾਨਸਿਕਤਾ ਨਾ ਵੀ ਹਾਂ ਲੁਧਿਆਣੇ ਜਾਊਂਗੀ, ਮੇਰੀ ਗੱਲ ਸੁਣੀ ਜਾਊਗੀ ਤੇ ਮੇਰੀ ਮਦਦ ਹੋਊਗੀ, ਤੇ ਉਹ IG ਦੀ ਵਰਦੀ ਉਤਰਦੀ ਆ। ਇਹ ਜਿਹੜੀ ਬੇਈਮਾਨ ਬਿਊਰੋਕਰੇਸੀ ਤੇ ਬੇਈਮਾਨ ਪੋਲੀਟੀਸ਼ੀਅਨ ਆ, ਅਸੀਂ ਇੱਥੇ ਤੱਕ ਤਾਂ ਸਫਲ ਹੈਗੇ ਆ ਵੀ ਉਹਨਾਂ ਦੇ ਮਨ ਅੰਦਰ ਇੱਕ ਡਰ ਦਾ ਸਵਾਲੀਆ ਨਿਸ਼ਾਨ ਜ਼ਰੂਰ ਬਾੜਿਆ ਵੀ ਅਸੀਂ ਹੈਗੇ ਆ ਜਿਨ੍ਹਾਂ ਵਾਸਤੇ ਰਾਜਨੀਤੀ ਧੰਦਾ ਨਹੀਂ, ਇੱਕ ਦੇਸ਼ ਭਗਤੀ ਜਨੂੰਨ ਹੈਗਾ, ਲੋਕਾਂ ਦੀ ਸੇਵਾ ਦਾ ਤੇ ਕਰਪਸ਼ਨ ਦੇ ਵਿਰੁੱਧ ਕੰਮ ਕਰਨ ਦਾ। ਰੇਤਾ ਬਜਰੀ, ਕੈਪਟਨ ਅਮਰਿੰਦਰ 4 ਸਾਲ ਨਸ਼ਾ 4 ਹਫ਼ਤਿਆਂ ਦਾ ਸੀਗਾ। ਉਹ ਤੁਸੀਂ ਕੋਈ ਕੰਮ ਲੈ ਲਓ ਜੋ 10 ਸਾਲ ਬਾਦਲਾਂ ਦੇ ਕਾਰਜਕਾਲ ਸਰਕਾਰ ਵੇਲੇ, ਅੱਜ ਸਾਰਾ ਕੁਛ ਹੋ ਦਿੱਤਾ ਹੀ ਹੈ। ਹੁਣ ਲੋਕ ਮਨੋਬਲ ਤੋੜਨ ਲਈ ਕਹਿ ਦਿੰਦੇ ਨਾ ਯਾਰ ਇਸ ਦਾ ਤਾਣਾ ਬਾਣਾ ਅਲਝਿਆ ਪਿਆ। ਇਹ ਨਹੀਂ ਸਿੱਧਾ ਹੋ ਸਕਦਾ। ਮੈਂ 2002 ਸਰਗਰਮ ਪੋਲੀਟਿਕਸ ਦੇ ਵਿੱਚ ਹਾਂ, 2002 ਤੋਂ ਜੀ ਹੁਣ 2020, ਮੇਰੇ 18 ਸਾਲ ਦਾ ਤਜਰਬਾ ਵੀ ਲੀਕੇਜ ਕਿੱਥੇ ਹੈਗੀ ਆ, ਇਸ ਲੀਕੇਜ ਨੂੰ ਕਿੱਦਾਂ ਮੁੰਦਿਆ ਜਾ ਸਕਦਾ। ਜਿਹੜੇ ਲੋਕ ਇਹ ਕਹਿੰਦੇ ਆ ਨਾ ਵੀ ਇੱਥੇ ਦਾ ਤਾਣਾ ਬਾਣਾ ਅਲਝ ਗਿਆ, ਇਹ ਨਹੀਂ ਸਿੱਧਾ ਹੋ ਸਕਦਾ, ਉਹ ਮਨੋਬਲ ਤੋੜਦੇ ਆ ਵੀ ਨਾ ਤੁਸੀਂ ਇਸੇ ਦਲਦਲ 'ਚ ਰਹੋ, ਤੁਸੀਂ ਗਲੀ ਨਾਲੀ ਛੱਪੜ ਦੀਆਂ ਸਫਾਈਆਂ ਵਾਸਤੇ ਆਓ, ਇਹ ਬਾਕੀ ਕੰਮਾਂ ਦੀ ਤੁਸੀਂ ਚਿੰਤਾ ਨਹੀਂ ਕਰਨੀ, ਇਹ ਨਹੀਂ ਤੁਸੀਂ ਗੱਲ ਕਰਨੀ। ਮੈਂ ਜਿੰਨੀ ਵਾਰੀ ਗੁਰਪ੍ਰੀਤ ਜੇਲ੍ਹ ਗਿਆ ਜੀ, ਮੈਂ ਨਾਇਕ ਫਿਲਮ ਬੜੀ ਦੇਖੀ ਅਨਿਲ ਕਪੂਰ ਦੀ, ਤੇ ਮੈਨੂੰ ਕੋਈ ਸਵਾਲ ਕਰ ਲਵੇ ਵੀ ਕਿੱਦਾਂ, ਮੈਂ ਕਹਿੰਦਾ ਸਾਡੀ ਸਰਕਾਰ ਆ ਗਈ, ਅਸੀਂ ਨਾਇਕ ਫਿਲਮ ਵਰਗੀ ਸਰਕਾਰ ਚਲਾ ਕੇ ਦਿਖਾ, ਮੈਨੂੰ ਰਿਜ਼ਾਈਨ ਕਰਕੇ ਰਾਜਨੀਤੀ ਛੱਡ ਕੇ ਘਰੇ ਬੈਠ ਜਾਵਾਂਗੇ। ਪਤਾ ਮੈਨੂੰ ਇਹ ਜਿਹੜਾ ਤਾਣਾ ਬਾਣਾ ਅਲਝਿਆ ਹੋਇਆ, ਮੁੱਖ ਮੰਤਰੀ ਜਿੰਨੀ ਦੇਰ ਤੱਕ ਖੁਦ ਇਮਾਨਦਾਰ ਨਹੀਂ ਆਉਂਦਾ ਜੀ, ਖੁਦ ਦ੍ਰਿੜ ਇੱਛਾ ਸ਼ਕਤੀ ਵਾਲਾ ਨਹੀਂ ਆਉਂਦਾ ਵੀ ਮੈਂ ਕਰਨਾ ਆਪਣੀ ਸਟੇਟ ਵਾਸਤੇ। ਹੁਣ ਕਹਿ ਲਈਏ ਵੀ ਕਾਂਗਰਸ ਦੇ ਅੰਦਰ ਕਿਹੜਾ ਕੋਈ ਚੰਗਿਆਂ ਦੀ ਕਮੀ ਤਾਂ ਹੈ ਨਹੀਂ, ਪਰ ਚੰਗੇ ਆਪਣੀ ਚੰਗਿਆਈ ਤੇ ਇਮਾਨਦਾਰੀ ਕਾਰਨ ਖੁੱਡੇ ਲੈਣ ਆ, ਹੈਗੀਆਂ ਨਾ ਗੱਲਾਂ। ਅੱਛਾ ਚਲੋ, ਇਸ਼ਾਰਾ ਤੁਹਾਡਾ ਨਵਜੋਤ ਸਿੱਧੂ ਆ, ਉਹਦਾ ਦੁਬਾਰਾ ਵਾਪਸ ਮੋੜਾ ਕੱਟ ਕੇ ਤੁਸੀਂ ਬਥੇਰਾ ਆਓ ਯਾਰ, ਅਸੀਂ ਥੰਮੇ ਬੜੀ ਰਾਈ ਮੈਂ ਤੇ ਪ੍ਰਗਟ ਹੋਰਾਂ ਨੇ, ਪਰ ਗੱਲ ਬਣੀ ਨਹੀਂ, ਉਹ ਗੱਲ ਉਦੋਂ ਬਣੀ ਨਹੀਂ। ਜੇ ਕਿਤੇ ਉਹ ਗੱਲ ਬਣੀ ਹੁੰਦੀ 2017 ਦੇ ਵਿੱਚ ਆਵਾਜ਼ੇ ਪੰਜਾਬ ਫੋਰਮ ਬਣਾਇਆ ਸੀਗਾ, ਤੇ ਅੱਜ ਪੰਜਾਬ ਦੇ ਰਾਜਨੀਤਿਕ ਜਿਹੜੇ ਹਾਲਾਤ ਆ ਨਾ, ਇਹ ਬਿਲਕੁਲ ਵੱਖਰੇ ਹੁੰਦੇ। ਅੱਜ ਪੰਜਾਬ ਨੂੰ ਲੋੜ ਆ ਪੰਜਾਬ ਦੀ ਆਪਣੀ ਸਟੇਟ ਪਾਰਟੀ ਦੀ ਜੀ। ਮਤ ਸੋਚੋ ਕਿ ਜਿਹੜੀਆਂ ਕੇਂਦਰ ਦੇ ਰਿਮੋਟ ਕੰਟਰੋਲ ਤੇ ਚੱਲਣ ਵਾਲੀਆਂ ਪਾਰਟੀਆਂ ਪੰਜਾਬ ਦਾ ਕੋਈ ਭਲਾ ਕਰ ਜਾਣਗੀਆਂ। ਬਿਲਕੁਲ ਸਹੀ। ਅੱਛਾ ਬੈਂਸ ਸਾਹਿਬ, ਆਪਾਂ SGPC ਇਲੈਕਸ਼ਨ ਦੀ ਗੱਲ ਨਾ ਭੁੱਲ ਜਾਈਏ, ਕਿਉਂਕਿ ਤੁਹਾਡੇ ਵੱਡੇ ਭਰਾ SGPC ਦੇ ਮੈਂਬਰ ਵੀ ਨੇ, ਤੇ ਹੁਣ ਗਾਂ ਜਿੱਦਾਂ ਤੁਸੀਂ ਕਿਹਾ ਕਿ ਵੀ ਅਜੇ ਇਲੈਕਸ਼ਨ ਹੋਣੀ ਨਹੀਂ ਕਿਉਂਕਿ ਅਜੇ ਹਰਿਆਣੇ 'ਚ ਕੁਝ ਕੇਸ ਕੁਛ ਪੈਂਡਿੰਗ ਹੈ, ਉਹਦਾ ਕਰਕੇ ਵੀ, ਜਾਂ ਵੈਸੇ ਹੋ ਸਕਦਾ ਵੀ ਨਾ ਹੀ ਕਰਵਾਉਣ ਅਜੇ, ਕਿਉਂਕਿ ਉਹਨਾਂ ਨੂੰ ਵਿਧਾਨ ਸਭਾ 'ਚ ਅਜੇ ਲੋੜ ਆ ਬੰਦਿਆਂ ਦੀ। SGPC ਦੇ ਨਾਲ ਹੁਣ ਜਿਹੜੇ ਬਾਕੀ ਦੇ ਧੜੇ ਨੇ, ਜਿੱਦਾਂ ਢੀਂਡਸਾ ਸਾਹਿਬ ਦਾ ਬਿਆਨ ਆਇਆ ਕਿ ਆਪਾਂ ਬੈਂਸਾਂ ਦੇ ਨਾਲ ਵੀ ਰਲ ਸਕਦੇ ਹਾਂ, ਭਾਈ ਰਣਜੀਤ ਸਿੰਘ ਟੱਟਰੀਆਂ ਵਾਲਿਆਂ ਨੂੰ ਜੋੜਨਾ, ਇੱਧਰਲੇ ਪਾਸੇ ਕੋਈ ਗੱਲ ਚੱਲਦੀ ਜਾਪਦੀ ਹੈ ਕਿ ਨਹੀਂ? ਦੇਖੋ, ਮੇਰੀ ਇਸ ਵਿਸ਼ੇ ਦੇ ਉੱਤੇ ਢੀਂਡਸਾ ਸਾਹਿਬ ਜਾਂ ਬ੍ਰਹਮਪੁਰਾ ਸਾਹਿਬ ਇਹਨਾਂ ਨਾਲ ਕਦੇ ਗੱਲ ਨਹੀਂ। ਭਾਈ ਰਣਜੀਤ ਸਿੰਘ ਜਿਹੜੇ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਹੈ ਜੀ, ਜਿਨ੍ਹਾਂ ਨੂੰ ਮੈਂ ਇਸ ਖਿੱਤੇ ਦੇ ਵਿੱਚ ਬੜਾ ਰਿਸਪੈਕਟਫੁਲੀ, ਉਹਨਾਂ ਦਾ ਕੰਮ ਹੈਗਾ ਇਸ ਧਾਰਮਿਕ ਖੇਤਰ ਦੇ ਵਿੱਚ, ਮੇਰੀ ਉਹਨਾਂ ਨਾਲ ਜ਼ਰੂਰ ਮੀਟਿੰਗ ਹੋਈ ਹੈ। ਉਹਨਾਂ ਦੇ ਕੋਲ ਇੱਕ ਐਕਸਪੀਰੀਅੰਸ ਵੀ ਹੈਗਾ, ਤੁਹਾਨੂੰ ਯਾਦ ਹੋਊਗਾ ਇੱਕ ਵਾਰੀ ਪੰਥਕ ਮੋਰਚਾ ਬਣ ਕੇ SGPC ਦੀ ਇਲੈਕਸ਼ਨ ਲੜੀ ਸੀ। ਹਾਂਜੀ, ਬਾਬਾ ਬੇਦੀ, ਇਹ ਭਾਈ ਰਣਜੀਤ ਸਿੰਘ ਜੀ, ਹੋਰ ਬਹੁਤ ਸਾਰੀਆਂ ਸਤਿਕਾਰਤ ਸ਼ਖਸੀਅਤਾਂ ਜੀ, ਪ੍ਰਾਪਤੀ ਨਹੀਂ ਸੀ ਜ਼ਿਆਦਾ ਹੋਈ, ਪਰ ਵੋਟ ਪਰਸੈਂਟੇਜ ਬੜਾ ਪਿਆ ਸੀ, ਤੁਸੀਂ ਉਹ ਰਿਕਾਰਡ ਕੱਢ ਕੇ ਦੇਖਿਓ ਜੀ। ਐਂਡ ਉਹ ਵੇਲਾ ਤੇ ਅੱਜ, ਉਦੋਂ ਵੀ ਬਾਦਲ ਕਾਬਜ਼ ਸੀਗੇ, ਉਦੋਂ ਬਾਦਲਾਂ ਦੀ ਪੋਜੀਸ਼ਨ ਕਿੱਥੇ ਸੀ ਤੇ ਅੱਜ ਕਿੱਥੇ ਹੈਗੀ ਆ। ਲੋਕ ਮਿਨੀ ਪਾਰਲੀਮੈਂਟ ਕਹਿ ਦਿੰਦੇ ਆ ਸ਼੍ਰੋਮਣੀ ਕਮੇਟੀ ਨੂੰ, ਮੈਂ ਕਹਿੰਦਾ ਸਾਡੀ ਪਾਰਲੀਮੈਂਟ ਆ ਉਹ, ਮਿਨੀ ਨਹੀਂ ਹੈਗੀ, ਉਹ ਸਿੱਖ ਦੀ ਪਾਰਲੀਮੈਂਟ ਉਹੀ ਆ।
ਜੀ ਯਾਰ ਕਮ ਸੇ ਕਮ ਅਸੀਂ ਜਿਹੜਾ ਸ਼੍ਰੋਮਣੀ ਕਮੇਟੀ ਦਾ ਕੰਮ ਸਿੱਖ ਧਰਮ ਦਾ ਪ੍ਰਚਾਰ ਦਾ ਸੀਗਾ, ਅਸੀਂ ਉਹਦੇ 'ਚ ਤਾਂ ਸੁਧਾਰ ਕਰ ਲਈਏ। ਜੀ ਹੋਰ ਮੇਰੀ ਇਸ ਵਿਸ਼ੇ ਦੇ ਉੱਤੇ ਕਿਸੇ ਲੀਡਰ ਨਾਲ ਨਹੀਂ, ਬਟ ਭਾਈ ਰਣਜੀਤ ਸਿੰਘ ਹੁਣਾਂ ਨਾਲ ਜ਼ਰੂਰ ਗੱਲਬਾਤ ਹੋਈ। ਐਂਡ ਮੈਂ ਫੇਰ ਕਹੂੰਗਾ ਅਸੀਂ ਪੁਰਾਣੇ ਕੀਤੇ ਕਈ ਗਲਤ ਫੈਸਲਿਆਂ ਤੋਂ ਬੜਾ ਕੁਛ ਸਿੱਖਿਆ ਵੀ ਹੈ। ਉਮੀਦ ਆ ਵੀ ਅਸੀਂ ਉਹ ਜਿਹੜੇ ਗਲਤ ਫੈਸਲੇ ਲੈ ਲਏ ਉਹਨਾਂ ਨੂੰ ਕਿਨਾਰਾ ਵੀ ਕਰਾਂਗੇ। ਸਾਰਾ ਕੁਛ ਜਿਹੜਾ ਇਸ ਤਰੀਕੇ ਨਾਲ ਕਿ ਅਸੀਂ ਗੁਰਦੁਆਰਾ ਜਿਹੜਾ ਬੜਾ ਅੰਮ੍ਰਿਤਧਾਰੀ ਪੜ੍ਹਿਆ ਲਿਖਿਆ ਨੌਜਵਾਨ ਹੈਗਾ ਉਹ ਸ਼੍ਰੋਮਣੀ ਕਮੇਟੀ ਜਾਵੇ, ਜਿਹਦਾ ਰਾਜਨੀਤਿਕ ਤੌਰ ਤੇ ਕਿਸੇ ਇਲੈਕਸ਼ਨ ਦਾ ਕੋਈ ਵਾਹ ਵਾਸਤਾ ਨਾ ਹੋਵੇ, ਉਹ ਨਿਰੋਲ ਧਰਮ ਦੀ ਚੜ੍ਹਦੀ ਕਲਾ ਵਾਸਤੇ। ਹੁਣ ਦੇਖੋ ਮੀਰੀ ਤੇ ਪੀਰੀ ਦਾ ਸਿਧਾਂਤ ਕਿਹਦੇ ਕੋਲੇ ਆ? ਗੁਰੂ ਸਾਹਿਬਾਨ ਆਪਾਂ ਨੂੰ ਦੇ ਕੇ ਗਏ ਆ। ਅੱਜ ਮੋਦੀ ਸਾਨੂੰ ਬਿਓ ਵਰਗਾ ਲੱਗਦਾ ਪੰਜਾਬ ਦੇ ਲੋਕਾਂ ਨੂੰ, ਪਰ ਮੀਰੀ ਪੀਰੀ ਦਾ ਸਿਧਾਂਤ ਮੋਦੀ ਲੈ ਗਿਆ, ਸਾਡੇ ਵਾਲਿਆਂ ਤੋਂ ਉਲਟ ਚਲਿਆ ਗਿਆ। ਉਹ ਮੀਰੀ ਪੀਰੀ ਦਾ ਸਿਧਾਂਤ ਗੁਰੂ ਸਾਹਿਬ ਸਾਨੂੰ ਦੇ ਕੇ ਗਏ। ਧਰਮ ਦਾ ਪਰਚਮ ਉੱਚਾ ਤੇ ਰਾਜਨੀਤੀ ਦਾ ਨੀਵਾਂ। ਜਦੋਂ ਰਾਜਨੀਤਿਕ ਪਾਵਰ ਹੈਗੀ ਆ ਤੇ ਧਰਮ ਦਾ ਫਲਾਓ, ਉਹ ਮੋਦੀ ਉਸ ਪੈਟਰਨ ਤੇ ਤੁਰ ਪਿਆ। ਉਹਦੇ ਕੋਲ ਪਾਵਰ ਆ ਗਈ ਤੇ ਉਹ ਆਪਣੇ ਧਰਮ ਦੇ ਫਲਾਓ ਵਾਸਤੇ ਤੁਰਿਆ ਹੋਇਆ। ਤੇ ਸਾਡੇ ਵਾਲਿਆਂ ਨੇ ਕੀ ਕੀਤਾ? ਸਾਡੇ ਵਾਲਿਆਂ ਨੇ ਕੀਤਾ ਵੀ ਤਾਕਤ ਮਿਲ ਗਈ ਤੇ ਧਰਮ ਨੂੰ ਪੈਰਾਂ ਥੱਲੇ ਰੋਲ ਦਿਓ। ਜੀ ਅਸੀਂ ਗੁਰੂ ਦੇ ਸਿਧਾਂਤ ਤੋਂ ਅਸੀਂ ਉਲਟ ਤੁਰ ਪਏ ਆਪਣੇ ਮਫਾਦਾਂ ਵਾਸਤੇ, ਤੇ ਉਹ ਸਿਧਾਂਤ ਜਿਹੜਾ ਉਹ ਹਿੰਦੂਤਵ ਦਾ ਕਾਰਡ ਲਈ ਫਿਰਦਾ ਨਾ, ਚਾਹੇ ਉਹ ਰਾਮ ਮੰਦਿਰ ਦੀਆਂ ਗੱਲਾਂ ਕਰਦਾ, ਚਾਹੇ ਕਿਤੇ ਜਾ ਕੇ ਸ਼ੰਖਨਾਦ ਕਰਦਾ, ਉਹ ਪਾਵਰ ਦੇ ਵਿੱਚ ਆ ਤੇ ਆਪਣੇ ਧਰਮ ਦੇ ਫਲਾਓ ਲਈ ਤੁਰ ਪਿਆ ਉਹ। ਤੇ ਸਾਡੇ ਇੱਥੇ ਜਿਨ੍ਹਾਂ ਕੋਲ ਸਿਧਾਂਤ ਗੁਰੂ ਸਾਹਿਬਾਨ ਦੇ ਕੇ ਗਏ ਤੇ ਸਾਡੇ ਵਾਲੇ ਉਲਟ ਤੁਰ ਪਏ ਵੀ ਹੁਣ ਪਾਵਰ ਮਿਲੀ ਆ, ਹੁਣ ਸਾਧ ਸੰਤਾਂ ਦੀਆਂ ਵੋਟਾਂ ਵਾਸਤੇ ਗੁਰੂ ਗ੍ਰੰਥ ਸਾਹਿਬ ਰੂੜੀਆਂ 'ਚ ਕਿਵੇਂ ਰਲਾਉਣਾ। ਅਸੀਂ ਉਲਟ ਹੋ ਗਏ। ਅਸੀਂ ਇਸੇ ਕਰਕੇ ਤਾਂ ਸਾਡਾ ਜਿਹੜਾ ਸਿੱਖ ਧਰਮ ਤਾਂ ਮਾਡਰਨ ਹੈਗਾ, ਜਿੰਨਾ ਮਾਨਤਾ ਚਾਹੀਦੀ ਸੀ ਅਸੀਂ ਉਹ ਟਾਰਗੇਟ ਅਚੀਵ ਹੀ ਨਹੀਂ ਕਰ ਸਕੇ। ਬਿਲਕੁਲ। ਤੁਸੀਂ ਮੋਦੀ ਸਾਹਿਬ ਦੀ ਗੱਲ ਕੀਤੀ, ਹੁਣ ਮੋਦੀ ਸਾਹਿਬ ਦੀ ਪਾਰਟੀ ਬੀਜੇਪੀ ਤੇ ਆ ਜਾਈਏ, ਕਿਉਂਕਿ ਹੁਣ ਪਹਿਲਾਂ ਤਾਂ ਅਕਾਲੀ ਭਾਜਪਾ ਹੁੰਦੇ ਸੀ, ਹੁਣ ਅਕਾਲੀਆਂ ਦੀ ਗੱਲ ਵੱਖਰੀ ਹੋਵੇਗੀ, ਬੀਜੇਪੀ ਦੀ ਵੱਖਰੀ ਕਰਨੀ ਪੈਣੀ ਹੈ। ਇੱਕ ਤਾਂ ਉਹਨਾਂ ਨੇ ਐਲਾਨ ਕਰਤਾ ਵੀ 117 ਸੀਟਾਂ ਤੇ ਆਪਾਂ ਲੜਨੀ ਇਲੈਕਸ਼ਨ। ਦੂਜੀ ਜਿਹੜੀ ਬੋਲੀ ਹੈ ਬੀਜੇਪੀ ਦੇ ਖਾਸ ਕਰਕੇ ਕੁਝ ਪੰਜਾਬ ਲੀਡਰਾਂ ਦੀ ਬੜੀ ਗਰਮ ਹੈ। ਤੁਸੀਂ ਬਿਆਨ ਪਿਛਲੇ ਦਿਨ ਹੀ ਸੁਣੇ ਹੋਣੇ, ਕੋਈ ਕਹਿੰਦਾ ਸਟ੍ਰੈਚਰ ਤੇ ਪਾ ਦਿਆਂਗੇ, ਕੋਈ ਕਹਿੰਦਾ ਗਿੱਟੇ ਛਾਂਗ ਦਿਆਂਗੇ। ਇੱਕ ਪਾਸੇ ਧਮਕੀਆਂ, ਦੂਜੇ ਪਾਸੇ ਜਿਹੜਾ ਤੁਸੀਂ ਉੱਪਰੋਂ ਦੱਸਿਆ ਵੀ ਸੰਘੀ ਨੱਪਣ ਵਾਲਾ ਕੰਮ, ਤੇ ਤੀਸਰੇ ਪਾਸੇ 117 ਸੀਟਾਂ ਜਿੱਤਣੀਆਂ। ਇਹ ਜਿਹੜੇ ਰਾਜਨੇਤਾ ਤੁਸੀਂ ਸੋਚਦੇ ਵੀ ਇਦਾਂ ਸਾਰਾ ਕੁਝ ਹੋ ਜਾਂਦਾ? EVM ਦੇ ਵਿੱਚ ਕੋਈ ਸਮਾਨ ਸਮੂਨ ਪਾ ਕੇ ਭੇਜ ਦੇਣ ਫਿਰ ਤਾਂ ਇਹਨਾਂ ਦਾ 117 ਅਦਰਵਾਈਜ਼ ਇਹਨਾਂ ਦੇ 2 ਵੀ ਨਹੀਂ ਜਿੱਤਣੇ। ਅੱਛਾ ਜੀ। ਅਦਰਵਾਈਜ਼ ਇਹਨਾਂ ਦੇ 2 ਹੈਗੇ ਬੀਜੇਪੀ ਦੇ, ਉਹ ਵੀ ਨਹੀਂ ਜਿੱਤਣੇ। ਇਹ ਹੁਣ ਬੀਜੇਪੀ ਲੀਡਰਸ਼ਿਪ ਨੂੰ ਆਕਸੀਜਨ ਲਾਉਣ ਵਾਸਤੇ, ਵਰਕਰਸ ਨੂੰ, ਸਪੋਰਟਰ ਨੂੰ ਆਕਸੀਜਨ ਦੇਣ ਲਈ ਜੋ ਮਰਜ਼ੀ ਸਟ੍ਰੈਚਰਾਂ ਦੀਆਂ ਗੱਲਾਂ ਕਰ ਲੈਣ, ਗਿੱਟੇ ਭੰਨਣ ਦੀਆਂ ਕਰ ਲੈਣ। ਕਿਸਾਨ ਦੇਸ਼ ਦਾ 7 ਮੈਂਬਰ ਗਏ ਸੀ ਦਿੱਲੀ, ਉਹਨਾਂ ਨੂੰ ਬੈਡਲੀ ਇਨਸਲਟ ਕੀਤਾ। ਕਿਤੇ ਮੋਦੀ ਸਾਹਿਬ ਖੁਦ ਮਿਲਦੇ, ਉਹ ਦੇਸ਼ ਦੇ ਕਿਸਾਨਾਂ ਦੀ ਪ੍ਰਤੀਨਿਧਤਾ ਕਰਦੇ ਹੋਏ ਗਏ ਸੀ। ਉਹਨਾਂ ਨੂੰ ਦੱਬ ਕੇ ਜਲੀਲ ਕਰਕੇ ਵਿਜਿਟ ਕਰਕੇ ਇੱਕ 77 ਲੈਵਲ ਦਾ ਅਫਸਰ ਉਹਨਾਂ ਨਾਲ ਮੀਟਿੰਗ ਕਰ ਰਿਹਾ ਜੀ। ਇਹ ਜਿਹੜੀਆਂ ਬੀਜੇਪੀ ਦੀਆਂ ਚਾਲਾਂ ਹੈਗੀਆਂ ਨੇ, ਇਹ ਕਾਰਡ ਦੇਸ਼ ਦੇ ਦੂਜੇ ਸੂਬਿਆਂ ਦੇ ਵਿੱਚ ਹੋ ਸਕਦਾ, ਬਟ ਪੰਜਾਬ ਦੇ ਅੰਦਰ ਇਹ ਇਹਨਾਂ ਦੇ ਜਿਹੜੇ ਬਿਆਨ ਹੈਗੇ ਆ ਸਿਰਫ ਆਪਣੇ ਵੋਟ ਬੈਂਕ, ਆਪਣੇ ਸਪੋਰਟਰ ਨੂੰ ਆਕਸੀਜਨ ਦੇਣ ਵਾਸਤੇ ਆ। ਤੇ ਜੇ ਇਨ ਫਿਊਚਰ ਮੰਨ ਲਓ ਬੀਜੇਪੀ ਆਉਂਦੀ ਹੈ, ਇਹਨਾਂ ਸਾਰੇ ਕੁਝ ਤੋਂ ਮੁੜ ਜਾਂਦੀ ਹੈ, ਅਕਾਲੀ ਦਲ ਨਾਲ ਉਹਨਾਂ ਦੀ ਗੱਲ ਨਹੀਂ ਬਣਦੀ, ਕੋਈ ਵੱਖਰਾ ਜਿਹਾ ਕੋਈ ਜੇ ਮੰਨ ਲਓ ਇੱਕ ਧੜਾ ਪੰਜਾਬ 'ਚ ਉੱਠਦਾ ਤੇ ਉਹਦੇ 'ਚ ਤੁਸੀਂ ਵੀ ਹੁੰਦੇ ਹੋ, ਤੇ ਕੋਈ ਬੀਜੇਪੀ ਨਾਲ ਵੀ ਕੋਈ ਗੰਢ ਤੁੱਪ ਬਣ ਸਕਦੀ ਹੈ? ਕਦੇ ਨਹੀਂ ਹੋ ਸਕਦਾ ਦੋਸਤ। ਬੜਾ ਗਲਤ ਫੈਸਲੇ ਬੀਜੇਪੀ ਪੰਜਾਬ ਵਾਸਤੇ ਲੈ ਰਹੀ ਹੈ, ਬੜੇ ਮਾੜੇ ਫੈਸਲੇ ਪੰਜਾਬ ਵਾਸਤੇ ਲੈ ਰਹੀ ਹੈ। ਕੇਂਦਰ ਦੇ ਵਿੱਚ UPA ਜਾਂ NDA ਜੀ ਦੋਨੇ ਬਰਾਬਰ ਹੈਗੇ ਆ। ਤੁਸੀਂ ਉਹ ਵੀਡੀਓਜ਼ ਲੋਕ ਸਭਾ ਦੇ ਜਿਹਦੇ 'ਚ ਉਸ ਵੇਲੇ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਇਹ ਜਿਹੜਾ ਬਿੱਲ ਮੋਦੀ ਲੈ ਕੇ ਆਏ ਆ ਨਾ, ਹੁਣ ਉਹ ਇਹਦੇ ਸੰਬੰਧੀ ਬੋਲਦੇ ਆ, ਤੇ ਰਾਹੁਲ ਗਾਂਧੀ ਉਹਨਾਂ ਨੂੰ ਸੈਕਿੰਡ ਕਰਦੇ ਆ ਜੀ। ਹੁਣ ਰਾਹੁਲ ਗਾਂਧੀ ਪੰਜਾਬ ਦੇ ਵਿੱਚ ਆ ਕੇ ਯਾਤਰਾਵਾਂ ਟਰੈਕਟਰ ਤੇ ਚੜੇ ਫਿਰਦੇ ਆ। ਚਾਹੀਦਾ ਤਾਂ ਹੈਗਾ ਵੀ ਤੁਹਾਡੇ ਘਰ ਤੋਂ ਚੰਦ ਕਦਮਾਂ ਦੀ ਦੂਰੀ ਦੇ ਉੱਤੇ ਸੰਸਦ ਭਵਨ ਆ, ਚੰਦ ਕਦਮਾਂ ਦੀ ਦੂਰੀ ਦੇ ਉੱਤੇ ਮੋਦੀ ਦੀ ਰਿਹਾਇਸ਼ ਆ। ਤੁਸੀਂ ਪੰਜਾਬ ਦੇ ਆਪਣੇ ਸਾਰੇ ਕਾਂਗਰਸ ਦੇ ਵਰਕਰਸ ਨੂੰ ਉੱਥੇ ਕਿਉਂ ਨਹੀਂ ਇਕੱਠਿਆਂ ਕਰਦੇ ਜੀ? ਤੁਸੀਂ ਪੰਜਾਬ ਦੇ ਵਿੱਚ ਨੁਟੰਕੀ ਤੇ ਡਰਾਮੇਬਾਜ਼ੀ ਸਿਰਫ ਇਸ ਕਰਕੇ ਵੀ 4 ਸਾਲ ਕੈਪਟਨ ਦੇ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਹੋਏ ਤੇ ਗ੍ਰਾਫ ਥੱਲੇ ਕਿਸਾਨ ਫੌੜੀਆਂ ਲੈ ਕੇ ਗ੍ਰਾਫ ਹੀ ਉੱਚਾ ਕਰ ਲਈਏ। ਤੇ ਇਸ ਕਰਕੇ ਬੜਾ ਮੈਂ ਫਿਰ ਕਹੂੰਗਾ ਕਿ ਜਿਹੜੇ ਸਟੇਟ ਪ੍ਰਸਤ ਲੋਕ ਹੈਗੇ ਆ ਨਾ, ਜਿਹੜੀਆਂ ਸਟੇਟ ਪ੍ਰਸਤ ਧਿਰਾਂ, ਅੱਜ ਉਹਨਾਂ ਨੂੰ ਇੱਕ ਪਰਚਮ ਥੱਲੇ, ਝੰਡੇ ਥੱਲੇ ਇਕੱਠੇ ਹੋਣ ਦੀ ਜ਼ਰੂਰਤ ਆ। ਚਲੋ ਫਿਰ ਤਾਂ ਵਧੀਆ। ਮੈਂ ਸਾਹਿਬ
ਗੱਲਾਂ ਤਾਂ ਤੁਸੀਂ ਆਪਣੇ ਦਿਲੋਂ ਕਰਦੀਆਂ। ਅੱਜ ਫਿਰ ਵੀ ਕੋਈ ਗੱਲ ਮੈਂ ਪੁੱਛਣੀ ਭੁੱਲ ਗਿਆ ਹਾਂ ਇਸ ਪਲੇਟਫਾਰਮ ਤੋਂ, ਤੁਸੀਂ ਪੰਜਾਬੀਆਂ ਨੂੰ, ਪੋਲੀਟੀਕਲ ਪਾਰਟੀਆਂ ਨੂੰ, ਬਾਹਰ ਬੈਠੇ ਪੰਜਾਬੀਆਂ ਨੂੰ ਕਹਿਣੀ ਚਾਹੋ ਤਾਂ ਜ਼ਰੂਰ ਕਹੋ। ਸੋ ਦੋਸਤ, ਬੜਾ ਧੰਨਵਾਦ ਤੁਹਾਡਾ ਸੰਧਾਵਾਲੀਆ ਸਾਹਿਬ, ਬੜਾ ਮੈਨੂੰ ਮਾਣ ਹੈ ਤੁਹਾਡੇ ਚੈਨਲ ਦੇ ਉੱਤੇ। ਚੰਗੀਆਂ ਸੱਚੀਆਂ ਗੱਲਾਂ ਹਮੇਸ਼ਾ, ਮੇਰੇ 'ਚ ਕੋਈ ਖਾਮੀ ਆ ਤਾਂ ਉਹ ਉਜਾਗਰ ਕਰੋ, ਕੋਈ ਖੂਬੀ ਆ ਤਾਂ ਉਹ ਵੀ ਲੋਕਾਂ ਨੂੰ ਦੱਸ ਦਿਓ। ਤੁਹਾਡਾ ਧੰਨਵਾਦ ਆ। ਐਂਡ ਮੇਰੀ NRI ਪੰਜਾਬੀਆਂ ਦੇ ਮੈਂ ਕਹੂੰਗਾ ਸਿਰ ਝੁਕਦਾ ਉਹਨਾਂ ਦੇ ਕਰਮ ਅੱਗੇ। ਉਹਨਾਂ ਨੇ ਕੀ ਲੈਣਾ ਯਾਰ, ਉੱਥੇ ਆਪਣੇ ਟੱਬਰ ਟੀਰਾਂ ਨਾਲ ਬੜੇ ਸੈੱਟ ਆ, ਵੈਲ ਸੈਟਲਡ ਆ, ਪਰ ਉਹਨਾਂ ਦੀ ਇੱਕ ਦਿਲ ਦੀ ਖਾਹਿਸ਼ ਆ ਜਿਹੜਾ ਸਿਸਟਮ ਉਹ ਉੱਥੇ ਇੰਜੋਏ ਕਰਦੇ ਆ। ਨਾ ਨਿਆਣੇ ਦੀ ਪੜ੍ਹਾਈ ਦਾ ਫਿਕਰ ਤੇ ਨਾ ਪਰਿਵਾਰ 'ਚ ਕੋਈ ਬਿਮਾਰ ਹੋ ਗਿਆ ਤੇ ਉਹਦਾ ਫਿਕਰ ਜੀ। ਉਹ ਸੋਚਦੇ ਆ ਵੀ ਕਿਤੇ ਕਾਸ਼ ਇਹ ਸਿਸਟਮ ਸਾਡੇ ਪੰਜਾਬ 'ਚ ਲਾਗੂ ਹੋ ਜਾਵੇ। ਬੜਾ ਯਤਨ ਕਰਦੇ ਆ। ਸੋ ਮੇਰੀ ਉਹਨਾਂ ਨੂੰ ਵੀ ਬੇਨਤੀ ਆ ਵੀ ਭਾਈ ਜਿਹੜੇ ਦਿੱਲੀ ਤੋਂ ਚੱਲਣ ਵਾਲੇ ਲੋਕ ਸੀਗੇ ਤੁਸੀਂ ਪਰਖ ਲਿਓ, ਹੁਣ ਕਿਰਪਾ ਕਰਕੇ ਪਰਖਿਆਂ ਨੂੰ ਦੁਬਾਰਾ ਨਾ ਪਰਖਿਓ। ਹੁਣ ਜਿਹੜੇ ਪੰਜਾਬ ਦੇ ਚੰਗੇ ਲੋਕ ਆ, ਕੋਈ ਨਹੋਰੇ ਨਹੂਰੇ ਮਾਰ ਕੇ ਇਹਨਾਂ ਨੂੰ ਇਕੱਠੇ ਕਰ ਦਿਓ। ਤੁਸੀਂ ਇਕੱਠੇ ਹੋਣ ਨੂੰ ਰਾਜ਼ੀ ਹੋ? ਮੈਂ ਤਾਂ ਕਹਿ ਦਿੱਤਾ, ਪਹਿਲਾਂ ਹੀ ਕਹਿ ਦਿੱਤਾ ਵੀ ਮੈਂ ਗਲਤੀਆਂ ਕਰ ਲਈਆਂ, ਪਰ ਮੈਂ ਮੰਨ ਲੈਣਾ ਵੀ ਹਾਂ ਯਾਰ ਇੱਥੇ ਗਲਤੀ ਹੋ ਗਈ ਸੀ। ਸੋ ਯਤਨ ਵੀ ਕਰਾਂਗੇ ਵੀ ਗਾਂ ਤੋਂ ਗਲਤੀ ਦੀ ਰੈਪੂਟੇਸ਼ਨ ਨਾ ਹੋਵੇ। ਮੈਂ ਸਾਹਿਬ ਤੁਸੀਂ ਆਏ, ਦਿਲੋਂ ਗੱਲਾਂ ਕੀਤੀਆਂ, ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਸਮਾਪਤ ਕਰਦੇ ਹਾਂ ਜੀ। ਆਸ ਕਰਦਾ ਕਿ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕਿ ਤੁਹਾਡੇ ਮਨਾਂ 'ਚ ਹੋਣਗੀਆਂ, ਉਹਨਾਂ ਦੇ ਜਵਾਬ ਅੱਜ ਮਿਲ ਗਏ ਹੋਣੇ ਆ। ਇਨ ਫਿਊਚਰ ਕਿਸੇ ਹੋਰ ਲੀਡਰ ਦੇ ਨਾਲ ਮੁਲਾਕਾਤ ਕਰਾਂਗੇ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।